ਸਾਨੂੰ ਉਦੋਂ ਪਤਾ ਲੱਗਿਆ ਵੀ ਤੁਹਾਡੀ ਡੌਂਕੀ ਹੈ। ਅਸੀਂ ਆਖਿਆ ਵੀ ਯਾਰ ਡੌਂਕੀ ਤਾਂ ਨਹੀਂ, ਵੀ ਸਾਨੂੰ ਤਾਂ ਬਈ ਐਂ ਕਹਿੰਦਾ ਸੀ ਤੁਹਾਡਾ ਇੱਥੋਂ ਵੀਜ਼ਾ ਲਵਾਵਾਂਗੇ। ਫਿਰ ਉਹ ਜਿਹੜੇ ਉੱਥੇ ਬੰਦੇ ਪੁਰਾਣੇ ਬੈਠੇ ਸੀ ਉਹ ਦੱਸਣ ਲੱਗ ਪਏ, ਕਹਿੰਦੇ ਵੀ ਉਹ ਨੀਗਾ ਕੋਈ ਚੱਕਰ, ਤੁਹਾਡੀ ਡੌਂਕੀ ਹੈ, ਵੀ ਤੁਹਾਨੂੰ ਏਜੰਟ ਇੱਥੇ ਤਾਰ ਦੇਣਗੇ, ਤੁਸੀਂ ਅੱਗੇ ਜਾਣਾ ਹੈ ਤੇ ਬਾਅਦ 'ਚ ਘੁੰਮ ਕੇ ਤੇ ਕਹਿੰਦੇ ਤੁਸੀਂ ਉੱਤੋਂ ਦੀ ਆ ਜਾਣਾ ਹੈ। ਪਰ ਉਹਨੇ ਹਾਂ ਫਿਰ ਇਹਨਾਂ ਨੇ ਮੰਨ ਲਓ ਜਿਵੇਂ ਕਹਿ ਲਓ ਡੌਂਕੀ ਵਰਡ ਇਹਨਾਂ ਨੇ ਉਦੋਂ ਅਸੀਂ ਮੈਂ ਵੀ ਇਹਦੇ ਤੋਂ ਹੀ ਸੁਣਿਆ ਸੀ ਬਾਈ ਜੀ ਤੋਂ ਹੀ ਵੀ ਡੌਂਕੀ, ਉਦੋਂ ਕਹਿੰਦੀ ਸਾਡੀ ਹੁਣ ਡੌਂਕੀ ਲਾਸਟ ਲੱਗੂਗੀ, ਇਹ ਡੌਂਕੀ ਸਾਨੂੰ ਮੰਨ ਲਓ ਪਹੁੰਚਾ ਦੂਗੀ ਅਗਲੀ ਸਾਈਡ ਦੇ। ਪਾਸਪੋਰਟ ਉਹਨਾਂ ਨੇ ਵੇਖੇ, ਕੋਈ ਵੀਜ਼ਾ ਨਹੀਂ। ਫਿਰ ਏਜੰਟ ਨੇ ਇਹ ਨਹੀਂ ਸੀ ਦੱਸਿਆਗਾ ਵੀ ਉਹ 3 ਦਿਨ ਵੀ ਲੱਗ ਸਕਦੇ ਘੁੰਮਣ 'ਚ। ਰਾਤ ਕੁੱਟ ਐਵੇਂ ਪੈਂਦੀ ਰਹੀ, ਭੁੱਖੇ ਐਵੇਂ ਰਹਿੰਦੇ ਰਹੇ। ਉਦੋਂ ਤਾਂ ਸਾਡੇ ਤੇ ਇੰਨੇ ਹੌਸਲਾ ਸੀ ਵੀ ਆਪਾਂ 28 ਜਾਣੇ ਐ, ਕੋਈ ਟੈਨਸ਼ਨ ਹੀ ਕੋਈ ਨਹੀਂ ਗੀ। ਹਾਂ ਵੀ ਅਖੇ ਮਾਫੀਆ ਰਸ਼ੀਅਨ ਬਹੁਤ ਭੈੜਾ ਹੈ, ਅਸੀਂ ਤਾਂ ਵੀ ਡੌਂਕੀ ਵਾਲੇ ਹੀ ਆ। ਫਿਰ ਵੀ ਬੰਦੇ ਚੱਕ ਲੈਂਦਾ, ਬੰਦੇ ਚੱਕ ਕੇ ਚੁਕਾਉਂਦਾ ਕੌਣ ਆ? ਆਪਣੇ ਪੰਜਾਬੀ। ਘਰੇ ਫੋਨ ਕਰ ਦਿੰਦੇ ਵੀ ਸਾਡੇ ਘਰੇ 1 2 ਲੱਖ ਰੁਪਇਆ ਦੇ ਕੇ ਆਓ, ਤੁਹਾਡਾ ਬੰਦਾ ਤਾਂ ਛੱਡਾਂਗੇ। ਇਹ ਆਪਣੇ ਪੰਜਾਬੀਆਂ ਦੇ ਕੰਮ ਹੈ। ਇਹ 3-3 ਫੁੱਟ ਬਰਫ ਸੀ, ਲੱਗਣ ਲੱਗ ਪਿਆ ਬਈ ਆਪਣਾ ਕੋਈ ਨਹੀਂ ਗਾ, ਕਹਾਣੀ ਖਤਮ ਹੈ। ਉਹਦਾ ਸਾਨੂੰ ਪਿਆ ਸੀ ਨਾ, ਉਹਨਾਂ ਨੇ ਸਿਖਾਇਆ ਰਸ਼ੀਅਨਾਂ ਨੇ, ਉਹਦੀਆਂ ਅਸੀਂ ਰਜਾਈਆਂ ਬਣਾ ਲਈਆਂ ਸੀ। ਮਨ 'ਚ ਇਹ ਆ ਗਿਆ ਸੀਗਾ ਵੀ ਆਪਾਂ ਵੀ ਮਰਨਾ। ਕੀਵ ਤੋਂ ਸਲੋਵਾਕੀਆ ਲਿਜਾ ਰਹੇ ਸੀ ਨਾ, ਉਹ ਸਾਡਾ ਸਾਰਿਆਂ ਨਾਲੋਂ ਮਾੜਾ ਪਲ ਸੀ। ਉਸ ਬੰਦੇ ਨੇ ਜਰਾਬ ਦੇ ਵਿੱਚ ਪਿਸ਼ਾਬ ਕਰਿਆ, ਉਹਨਾਂ ਨੇ ਮਾਫੀਆ ਵਾਲਿਆਂ ਨੇ ਕੁੜੀ ਨੂੰ ਸਾਈਡ 'ਤੇ ਲਿਜਾ ਕੇ ਫਾਇਰ ਕਰਿਆ, ਕੁੜੀ ਮਾਰ ਕੇ ਖੱਡ ਦੇ ਵਿੱਚ। ਪਿੰਡ 'ਚ ਵੀ ਕਹਿੰਦੇ ਵੀ ਨਿਬੜ ਗਿਆ ਤੇ ਵੀ ਭੋਗ ਪਾਓ, ਭੋਗ ਪਾ ਨਿਬੜੋ ਕੰਮ। ਹਾਂਜੀ, ਬੜੀ ਫੌਜੀ ਜਿੰਦਾਬਾਦ, ਫੌਜੀ ਕੋਕੋ ਹੋ ਗਈ, ਕੋਕੋ ਵੀ ਟਾਈਮ ਇਹ ਨਹੀਂ ਸੀ, ਕਿਉਂਕਿ ਬਾਈ ਜੀ ਜੇ ਉੱਥੇ ਨੈਗੇਟਿਵਿਟੀ 'ਚ ਰਹਿੰਦੇ ਨਾ ਤਾਂ ਸਾਰੇ ਮਰੇ ਸੀ। ਕਹਿੰਦਾ ਕੋਕੋ। ਅਸੀਂ ਆਖਿਆ ਇਹ ਕੀ? ਕਹਿੰਦਾ ਫਿਰ ਫੌਜੀ ਨੇ ਕਿਹਾ, ਕਹਿੰਦਾ ਕੁੜੀ ਕਿਤੋਂ ਦੀ ਹੋਈ? ਕਹਿੰਦਾ ਕੋਕੋ ਦਾ ਜ਼ਰੂਰ ਕਰੂਗੀ। ਬਾੜ ਜਾਣੇ ਰੋਟੀਆਂ 65 ਪੱਕੀਆਂ ਆ ਜੰਗਲਾਂ ਦੇ ਰਾਹੀਂ, ਜਿਵੇਂ ਵੀ ਧੱਕੇ ਕੁੱਟਾਂ ਮਾਰਾਂ। ਮੇਰੇ ਵੀਰ ਭੈਣ ਭਰਾਵਾਂ ਨੂੰ ਚੈਨਲ ਦੇਖ ਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰਾ ਨਾਮ ਸਵਰਨਜੀਤ ਸਿੰਘ, ਸਾਨੂੰ ਸਰਦਾਰ ਗੁੱਜਰ ਸਿੰਘ, ਪਿੰਡ ਦਮਦਮਾ, ਜ਼ਿਲ੍ਹਾ ਸਿਰਸਾ, ਹਰਿਆਣਾ। ਮੈਂ 97-98 ਜਦੋਂ ਪੜ੍ਹਾਈ ਛੱਡੀ ਅਤੇ ਉਦੋਂ ਮੇਰਾ ਪ੍ਰੋਗਰਾਮ ਬਣਿਆ ਵੀ ਬਾਹਰ ਦਾ ਕਰੀਏ। ਚਾਚਾ ਜੀ ਮੇਰੇ ਅਮਰੀਕਾ ਹੈ ਅਤੇ ਕਿਸੇ ਤਰੀਕੇ ਵੀ ਕਹਿੰਦੇ ਵੀ ਜਰਮਨ ਤੋਂ ਡੌਂਕੀਆਂ ਲੱਗਦੀਆਂ ਜਾਂ ਕਿਸ ਤਰ੍ਹਾਂ ਵੀ ਪਤਾ ਲੱਗਿਆ ਸੀਗਾ। ਮੈਂ ਕਿਹਾ ਚਲੋ ਆਪਾਂ ਚੱਲਦੇ ਹਾਂ। ਇੱਕ ਪਿੰਡ 'ਚੋਂ ਮੁੰਡਾ ਮੱਖਣ, ਅਸੀਂ ਦੋਨਾਂ ਨੇ ਇਕੱਠਿਆਂ ਨੇ ਪ੍ਰੋਗਰਾਮ ਬਣਾਇਆ। ਫਿਰ ਅਸੀਂ ਦਿੱਲੀ ਗਏ। ਦਿੱਲੀ ਜਾ ਕੇ ਅਸੀਂ ਏਜੰਟ ਦੇ ਨਾਲ ਜਦੋਂ ਗੱਲਬਾਤ ਕਰੀ, ਏਜੰਟ ਨੇ ਸਾਨੂੰ ਕਹਿੰਦਾ ਵੀ 3 ਮਹੀਨੇ ਲੱਗਣਗੇ। ਉਹ 3 ਮਹੀਨੇ ਦੀ ਜਗ੍ਹਾ 'ਤੇ ਜੀ ਫਿਰ 6 ਮਹੀਨੇ ਟੱਪ ਗਏ। 6 ਮਹੀਨਿਆਂ ਬਾਅਦ ਅਸੀਂ 4.5 ਲੱਖ 'ਚ ਸਾਡੀ ਗੱਲ ਹੋਈ ਅਤੇ 50-50 ਹਜ਼ਾਰ ਅਸੀਂ ਦੋਨਾਂ ਨੇ ਦਿੱਤਾ ਸੀ। ਅਸੀਂ ਉਹ 'ਚੋਂ 50, ਜਦੋਂ ਸਾਨੂੰ 6 ਮਹੀਨੇ ਟੱਪ ਗਏ, ਅਸੀਂ ਆਖਿਆ ਵੀ ਅਸੀਂ ਨਹੀਂ ਜਾਣਾਗਾ, ਵੀ ਤੂੰ ਸਾਡਾ ਕੰਮ ਨਹੀਂ ਕਰਾ ਰਿਹਾ। ਅਸੀਂ 50,000 ਰੁਪਇਆ ਵਾਪਸ ਲੈ ਕੇ ਅਸੀਂ ਘਰ ਆ ਗਏ। ਏਜੰਟ ਐਡਾ ਬੰਦਾ ਇਮਾਨਦਾਰ, ਵੇਖੋ ਵੈਸੇ ਦਾ ਏਜੰਟ ਕਹਿੰਦੇ ਨਹੀਂ ਹੁੰਦੇ ਇਮਾਨਦਾਰ, ਪਰ ਉਸਨੇ ਇਮਾਨਦਾਰੀ ਇਹ ਕਰੀ, ਜਦੋਂ ਅਸੀਂ ਪੈਸੇ ਲੈ ਕੇ ਚੱਲੇ ਉਹਨੇ ਸ਼ਾਮ ਤੱਕ ਸਾਡੇ ਘਰੇ ਫੋਨ ਕਰਤਾ ਵੀ ਉਹ ਤੁਹਾਡੇ ਬੱਚੇ, ਉਦੋਂ ਘਰਾਂ ਵਾਲੇ ਲੈਂਡਲਾਈਨ ਫੋਨ ਹੁੰਦੇ ਸੀ, ਵੀ ਪੈਸੇ ਲੈ ਕੇ ਆਏ ਆ 50-50 ਹਜ਼ਾਰ। ਅਤੇ ਇੱਥੇ ਘਰਦਿਆਂ ਨੂੰ ਫਿਕਰ ਪੈ ਗਿਆ। ਅਸੀਂ ਸਾਡੇ ਸਰਸੇ ਨੈਸ਼ਨਲ ਕਾਲਜ ਹੈ, ਸਾਡੇ ਨਾਲ ਦੇ ਮੁੰਡੇ ਉੱਥੇ ਪੜ੍ਹਦੇ ਸੀ, ਅਸੀਂ ਉਹਨਾਂ ਕੋਲੇ ਕਾਲਜ ਵੜ ਗਏ। ਅਸੀਂ ਜੀ ਜਦੋਂ ਸ਼ਾਮ ਨੂੰ ਘਰੇ ਆਏ, ਸਾਨੂੰ ਗਾਲਾਂ ਪਈਆਂ, ਸਾਰਾ ਕੁਛ ਹੀ ਚਲੋ ਜਿਵੇਂ ਵੀ ਘਰੋਂ ਉਦੋਂ ਹੁੰਦਾ ਸੀ ਜਿਹੋ ਜਿਹਾ ਮਾਹੌਲ ਸੀਗਾ। ਅਸੀਂ ਕੀ ਗੱਲ ਹੋ ਗਈ? ਅਸੀਂ ਆਖਿਆ ਪੈਸੇ ਲੈਂਦੇ ਆ। ਕਹਿੰਦੇ ਪੈਸੇ ਨਹੀਂ, ਬਾਪੂ ਕਹਿੰਦਾ ਹੁਣ ਪਤੰਦਰ ਨੂੰ ਫੋਨ ਕਰੋ, ਉਹ ਫਿਕਰ ਕਰੀ ਬੈਠਾ। ਅਸੀਂ ਆਖਿਆ ਏਜੰਟ ਵੀ ਫਿਕਰ ਕਰਦੇ ਹੁੰਦੇ ਆ। ਅਸੀਂ ਚਲੋ ਉਹਨੂੰ ਫੋਨ ਕਰਤਾ। ਅਸੀਂ ਆਖਿਆ ਅੰਕਲ ਅਸੀਂ ਘਰੇ ਪਹੁੰਚ ਗਏ, ਪੈਸੇ ਕਹਿੰਦਾ ਹੈਗੇ ਆ, ਚਲੋ ਜੀ ਘਰਦਿਆਂ ਨੂੰ ਦਿੱਤੇ। ਉਸ ਤੋਂ ਬਾਅਦ ਸਾਲ ਟੱਪ ਗਿਆ। ਅਸੀਂ ਫਿਰ ਐਵੇਂ ਧੱਕੇ ਖਾ ਕੇ ਉਸੇ ਏਜੰਟ ਕੋਲ ਫਿਰ ਅਸੀਂ ਜਾਂਦੇ ਰਹੇ। ਉਹ ਕਹਿੰਦਾ ਵੀ 2 ਨੰਬਰ 'ਚ ਜਾਣਾ ਪਊਗਾ, ਤੁਹਾਡੀ ਮਾਸਕੋ ਤੋਂ ਫਲਾਈਟ ਕਰਾਊਂਗਾ, ਸਾਨੂੰ ਉਹਨੇ ਪਹਿਲਾਂ ਕਹੀ। ਮੈਂ ਘਰਦਿਆਂ ਨੂੰ ਮਨਾਇਆ। ਸਾਨੂੰ ਜੀ ਪਾਸਪੋਰਟ ਜਦੋਂ ਅਸੀਂ ਦੇ ਕੇ ਆਏ ਅਤੇ ਸਾਡਾ ਮਾਸਕੋ ਦਾ ਉਹਨੇ ਵੀਜ਼ਾ ਲਵਾਤਾ। ਵੀਜ਼ਾ ਵੀ ਕਾਹਦਾ, ਉਦੋਂ 29 ਵੀਜ਼ਾ ਮਿਲਦਾ ਹੁੰਦਾ ਸੀ ਇੱਕ ਪੇਪਰ 'ਤੇ। ਅਸੀਂ ਉਹਦੇ ਰਾਹੀਂ ਜਦੋਂ ਇੱਥੋਂ ਚੜ੍ਹ ਗਏ 16 ਨਵੰਬਰ ਸੰਨ 2000 ਦੇ ਵਿੱਚ, ਜਿਹੜਾ ਮੱਖਣ ਸੀ ਮੇਰੇ ਪਿੰਡ ਵਾਲਾ, ਉਹ ਮੇਰੇ ਤੋਂ 1.5 ਮਹੀਨਾ ਪਹਿਲਾਂ ਜਾਂਦਾ ਰਿਹਾ ਸੀ ਅਤੇ ਮੇਰੀ ਬਾਅਦ 'ਚ ਫਲਾਈਟ ਹੋਈ। ਅਸੀਂ ਜਦੋਂ ਉੱਥੇ ਜਾਂਦੇ ਰਹੇ, ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਵੀ ਸਾਨੂੰ ਤਾਂ ਇਹ ਦੱਸਿਆ ਸੀਗਾ ਵੀ ਤੁਹਾਡੀ ਉਦੋਂ ਗਾਂਹ ਫਲਾਈਟ ਹੋਊਗੀ, ਪਰ ਜਦੋਂ ਅਸੀਂ ਉੱਥੇ ਕਮਰੇ 'ਚ ਪਹੁੰਚੇ ਸਾਨੂੰ ਉਦੋਂ ਪਤਾ ਲੱਗਿਆ ਵੀ ਤੁਹਾਡੀ ਡੌਂਕੀ ਹੈ। ਅਸੀਂ ਆਖਿਆ ਵੀ ਯਾਰ ਡੌਂਕੀ ਤਾਂ ਨਹੀਂ, ਵੀ ਸਾਨੂੰ ਤਾਂ ਬਈ ਐਂ ਕਹਿੰਦਾ ਸੀ ਤੁਹਾਡਾ ਇੱਥੋਂ ਵੀਜ਼ਾ ਲਵਾਵਾਂਗੇ। ਫਿਰ ਉਹ ਜਿਹੜੇ ਉੱਥੇ ਬੰਦੇ ਪੁਰਾਣੇ ਬੈਠੇ ਸੀ ਉਹ ਦੱਸਣ ਲੱਗ ਪਏ, ਕਹਿੰਦੇ ਵੀ ਉਹ ਨੀਗਾ ਕੋਈ ਚੱਕਰ, ਤੁਹਾਡੀ ਡੌਂਕੀ ਹੈ। ਸਾਡੇ ਪਾਸਪੋਰਟ ਉਹਨਾਂ ਨੇ ਵੇਖੇ,
ਕੋਈ ਵੀਜ਼ਾ ਨਹੀਂ। ਫਿਰ ਜੀ 2 ਰਾਤਾਂ ਅਸੀਂ ਰਹੇ। 2 ਰਾਤਾਂ ਦੇ ਵਿੱਚ ਸਾਨੂੰ ਬਹੁਤ ਤਜਰਬੇ ਜੀ ਆ ਗਏ ਵੀ ਅਸੀਂ ਤਾਂ ਵੀ ਡੋਂਕੀ ਵਾਲੇ ਹੀ ਆ। ਫਿਰ ਤੀਜੀ ਰਾਤ ਕਿਵੇਂ ਜੇ ਲੱਗਿਆ ਸੁਣ ਕੇ ਡੋਂਕੀ ਵਰਡ ਵੀ ਮਤਲਬ ਵੀ ਡੋਂਕੀ ਉਦੋਂ ਤਾਂ ਕੁਝ ਵੀ ਨਹੀਂ ਲੱਗਿਆ। ਉਦੋਂ ਤਾਂ ਐਂ ਲੱਗਿਆ ਵੀ ਚਲੋ ਜਿੰਨਾ ਕੁ ਸਾਨੂੰ ਏਜੰਟ ਨੇ ਦੱਸਿਆ ਸੀ, ਏਜੰਟ ਨੇ ਸਾਨੂੰ ਇਹ ਉੱਥੇ ਜਦੋਂ ਦਿੱਲੀ ਕਿਹਾ ਉਹ ਕਹਿੰਦਾ ਜੀ ਮੇਜ਼ 'ਤੇ ਹੀ ਪੇਪਰ ਵੇਟ ਹੀ ਵਿਖਾਤਾ ਵੀ ਤੁਹਾਨੂੰ ਏਜੰਟ ਇੱਥੇ ਤਾਰ ਦੇਣਗੇ, ਤੁਸੀਂ ਅੱਗੇ ਜਾਣਾ ਹੈ ਤੇ ਬਾਅਦ 'ਚ ਘੁੰਮ ਕੇ ਤੇ ਕਹਿੰਦਾ ਤੁਸੀਂ ਉੱਤੋਂ ਦੀ ਆ ਜਾਣਾ ਹੈ। ਪਰ ਉਹਨੇ ਏਜੰਟ ਨੇ ਇਹ ਨਹੀਂ ਸੀ ਦੱਸਿਆਗਾ ਵੀ ਉਹ 3 ਦਿਨ ਵੀ ਲੱਗ ਸਕਦੇ ਘੁੰਮਣ 'ਚ। ਠੀਕ ਹੈ। ਤੇ ਅਸੀਂ ਉਸ ਹਿਸਾਬ ਨਾਲ ਆਪਦਾ ਉੱਥੋਂ ਜਦੋਂ ਤੀਜੀ ਰਾਤ ਸਾਨੂੰ ਉੱਥੋਂ ਕੱਢਿਆ ਗੱਡੀ ਦੇ ਵਿੱਚ 8 ਜਣੇ ਇੱਕ ਗੱਡੀ 'ਚ ਸਾਨੂੰ ਉੱਥੋਂ ਲਿਜਾਂਦੇ ਸੀ। 8 ਅੱਜ ਕੱਢੇ, 8 ਦੂਜੇ ਦਿਨ ਕੱਢੇ। ਅਸੀਂ ਪਹਿਲੇ ਦਿਨ 28 ਜਣੇ ਹੋ ਗਏ। ਅਸੀਂ ਆਖਿਆ ਵੀ ਵਾਹ ਤਾਂ 28 ਜਣੇ ਤਾਂ ਬਹੁਤ ਹੈ, ਚਲੋ ਹੌਸਲਾ ਹੀ ਹੁੰਦਾ ਇੱਕ ਦੂਜੇ ਨੂੰ। ਤੁਸੀਂ ਫੁੱਲ ਹੌਸਲੇ 'ਚ ਸੀਗੇ ਬਈ ਉਦੋਂ ਤਾਂ ਸਾਡੇ ਤੇ ਇੰਨੇ ਹੌਸਲਾ ਸੀ ਵੀ ਆਪਾਂ 28 ਜਾਣੇ ਐ, ਕੋਈ ਟੈਨਸ਼ਨ ਹੀ ਕੋਈ ਨਹੀਂ ਗੀ। ਜਰਮਨੀ ਪਹੁੰਚ ਹਾਂ ਵੀ ਮੰਨ ਲਓ ਐ ਬਲਜਾ ਪਾ ਕੇ ਜਾਣਾ ਹੈ। ਹਾਂਜੀ। ਫਿਰ ਜਦੋਂ ਅਸੀਂ ਪਹਿਲੇ ਇੱਕ ਕਿਸੇ ਉੱਥੇ ਰਸ਼ੀਆ ਤੋਂ ਜਦੋਂ ਅਸੀਂ ਯੂਕਰੇਨ ਜਾ ਰਹੇ ਸੀ, ਸਾਨੂੰ ਦੱਸਿਆ ਗਿਆ ਵੀ ਕੀਵ ਸ਼ਹਿਰ ਜਾਣਾ ਤੁਸੀਂ। ਸਾਨੂੰ ਵੀ ਜਿਵੇਂ ਆਪਾਂ ਇੱਕ ਤਾਂ ਲੈਂਗੁਏਜ ਨਹੀਂ ਸੀ ਆਉਂਦੀ ਰਸ਼ੀਅਨ, ਤੇ ਇੱਕ ਸਾਡਾ ਜਿਹੋ ਜਿਹਾ ਮਾਹੌਲ ਜਿਹਾ ਬਣ ਗਿਆ ਸੀਗਾ ਵੀ ਡਰ ਲੱਗਣ ਲੱਗ ਪਿਆ ਸੀ। ਉਹ ਇਸ ਕਰਕੇ ਲੱਗਣ ਲੱਗ ਪਿਆ ਵੀ ਅਖੇ ਮਾਫੀਆ ਰਸ਼ੀਅਨ ਬਹੁਤ ਭੈੜਾ ਹੈ। ਅੱਛਾ। ਵੀ ਬੰਦੇ ਚੱਕ ਲੈਂਦਾ, ਬੰਦੇ ਚੱਕ ਕੇ ਚੁਕਾਉਂਦਾ ਕੌਣ ਆ? ਆਪਣੇ ਪੰਜਾਬੀ। ਪੰਜਾਬੀ ਚੁਕਾ ਕੇ ਉੱਥੋਂ ਬੰਦੇ ਲੈ ਕੇ ਆਪਦੇ ਕੋਲੇ ਲੈ ਲੈਂਦੇ ਆ। ਬਾਅਦ 'ਚ ਇੱਥੇ ਘਰੇ ਫੋਨ ਕਰ ਦਿੰਦੇ ਵੀ ਸਾਡੇ ਘਰੇ 1-2 ਲੱਖ ਰੁਪਇਆ ਦੇ ਕੇ ਆਓ, ਤੁਹਾਡਾ ਬੰਦਾ ਤਾਂ ਛੱਡਾਂਗੇ। ਇਹ ਆਪਣੇ ਪੰਜਾਬੀਆਂ ਦੇ ਕੰਮ ਹੈ ਇਹ। ਤੇ ਮਾਫੀ ਵਾਲਾ ਜਿਹੜਾ ਹੁੰਦਾ ਉਹ ਕਹਿੰਦੇ ਵੀ $10 ਜਾਂ $20 ਦੇ ਪਰ ਹੈੱਡ ਦੇ ਹਿਸਾਬ ਨਾਲ ਉਹਨਾਂ ਨੇ ਪੇਮੈਂਟ ਲੈਣੀ ਹੁੰਦੀ ਹੈ। ਅਸੀਂ ਉਸ ਹਿਸਾਬ ਨਾਲ ਆਪਦਾ ਉੱਥੇ ਜਦੋਂ ਉਹ ਜੰਗਲ ਦੇ ਵਿੱਚ ਇਕੱਠੇ ਹੋ ਗਏ 28 ਜਣੇ, ਸਾਰੇ ਵੇਖੀਏ ਵੀ ਯਾਰ ਆਹ ਵੀ ਮੇਰੇ ਨਾਲ ਜਹਾਜ਼ 'ਚ ਆਇਆ ਸੀ, ਇਹ ਹੋਰ ਏਜੰਟ ਦਾ ਬੰਦਾ, ਆਹ ਵੀ ਮੇਰੇ ਨਾਲ ਜਹਾਜ਼ 'ਚ ਆਇਆ ਸੀ, ਇਹ ਹੋਰ ਏਜੰਟ ਦਾ ਬੰਦਾ। ਚਲੋ ਇੱਕ ਦੂਜੇ ਦੇ ਨਾਲ ਫਿਰ ਉੱਥੇ ਸਾਡੇ ਕੋਲੇ ਪੰਜਾਬੀ ਬੰਦਾ ਆਇਆ ਇੱਕ ਪ੍ਰਿੰਸ ਸੀ ਸ਼ਾਇਦ ਉਹਦਾ ਨਾਂ। ਉਹਨੇ ਸਾਨੂੰ ਆ ਕੇ ਚਲੋ ਜੋ ਵੀ ਦੱਸਣਾ ਹੁੰਦਾ, ਅਗਲੇ ਨੇ ਕਿਹੜਾ ਸਾਡੇ ਤੋਂ ਪਾਸਪੋਰਟ ਲੈ ਲਈ। ਪਾਸਪੋਰਟ ਲੈ ਕੇ ਉਹਨੇ ਕੀ ਕਰਿਆ, ਸਾਰੇ ਇਕੱਠੇ ਕਰ ਲਏ ਸੀ। ਹੀ ਕਰੋਗੇ? ਕਹਿੰਦਾ ਵੀ ਤੁਹਾਡੀ ਜੇ ਲੋੜ ਪਈ ਤੁਹਾਨੂੰ ਦੇ ਦਿਆਂਗੇ, ਨਹੀਂ ਤਾਂ ਸਾਡੇ ਕੋਲੇ ਹੈ। ਅਸੀਂ ਦੇਤੇ ਜੀ। ਉਸ ਤੋਂ ਬਾਅਦ ਅਸੀਂ ਜਿਉਂ ਉੱਥੋਂ ਸਾਨੂੰ ਤੋਰਿਆ ਜੰਗਲਾਂ ਦੇ ਰਾਹੀਂ, ਜਿਵੇਂ ਵੀ ਧੱਕਮ ਧੱਕੇ ਕੁੱਟਾਂ ਮਾਰਾਂ ਜਿਹੜੀਆਂ ਜਿਵੇਂ ਹੁਣ ਫਿਲਮ ਬਣੀ ਐਮੀ ਵਾਲੀ ਆ ਜਾ ਮੈਕਸੀਕੋ ਚੱਲੀ ਗਏ, ਇਹਨੂੰ ਵੇਖ ਕੇ ਉਹ ਦਿਨ ਦੁਬਾਰਾ ਯਾਦ ਆ ਗਏ। ਅੱਛਾ। ਹਾਲਾਤ ਕੁੱਟ ਐਵੇਂ ਪੈਂਦੀ ਰਹੀ, ਭੁੱਖੇ ਐਵੇਂ ਰਹਿੰਦੇ ਰਹੇ। ਕੁੱਟ ਵੀ ਪਈ ਤੁਹਾਡੇ? ਕੁੱਟ ਵੀ ਪਏ ਬਾਈ। ਗਲਤੀ ਮੇਰੀ ਹੈ, ਜੇ ਉਹਦੇ ਡਿੱਕੇ ਆ 2 ਬਾਈ ਆ ਗਏ, ਕੁੱਟ ਇਹਨਾਂ ਦੇ ਪੈ ਜਾਣੀ ਹੈ। ਅੱਛਾ। ਉਹਨਾਂ ਨੂੰ ਇਹਨਾਂ ਨਾਲ ਕੋਈ ਮਤਲਬ ਨਹੀਂ ਗਾ। ਪਰ ਉਹਦਾ ਵੀ ਇੱਕ ਕਾਰਨ ਹੈ, ਜੇ ਸਾਨੂੰ ਉਹ ਕੁੱਟਣ ਜਾਂ ਡਰਾਉਣ ਨਾ ਡਰਾਉਂਦੇ ਤਾਂ ਅਸੀਂ ਬਾਈ ਜਾਂਦੇ ਹੀ ਨਹੀਂ ਸੀ। ਇਹ ਉਹਨਾਂ ਨੂੰ ਅਸੀਂ ਪਿੱਛੇ ਮੁੜ ਆਉਣਾ ਸੀ। ਉਸ ਤੋਂ ਬਾਅਦ ਜਦੋਂ ਸਾਨੂੰ ਉਹਨਾਂ ਨੇ ਫਿਰ ਇੱਕ ਸੱਚ ਰਾਤ ਨੂੰ ਜਦੋਂ ਅਸੀਂ ਜੰਗਲਾਂ ਦੇ ਵਿੱਚ ਰਹੇ, ਇੱਕ ਰਾਤ ਸਾਡੇ ਕੋਲ ਫੌਜੀ ਮਿਲਟਰੀਆਂ ਦਾ ਟਰੱਕ ਆਇਆ, ਜਿਹੜੇ ਆਪਣੇ ਅੱਜ ਕੱਲ੍ਹ ਇੱਥੇ ਸ਼ਕਤੀਮਾਨ ਟਾਈਪ ਦੇ, ਉੱਥੇ ਨਾਂ ਹੋਰ ਸੀ। ਸਾਨੂੰ ਉਹਦੇ ਵਿੱਚ ਉਹਨਾਂ ਨੇ ਆ ਕੇ ਤੇ ਜੰਗਲ ਦੇ ਵਿੱਚ ਮਿਲਟਰੀ ਵਾਲੇ ਨੇ ਰੋਕਿਆ। ਉਹਨਾਂ ਨੇ ਬੋਲੇ ਕੁਛ ਰਸ਼ੀਅਨ, ਫਿਰ ਸਾਡੇ ਕੋਲੇ ਆ ਗਏ ਫੌਜੀ। ਅਸੀਂ ਆਪਦੇ ਆਪ 'ਚ ਇਹ ਸੋਚੀ ਜੇ ਲੈ ਵੀ ਫਸ ਗਏ। ਉਹਨਾਂ ਨੇ ਜੀ ਜਿੰਨੇ ਬੰਦੇ ਸੀ ਸਾਰੇ ਗਿਣੇ, ਅਸੀਂ ਗਿਣ ਕੇ ਆਪੋ ਸਾਰੇ ਬੰਦੇ, ਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਟਰੱਕ ਦੇ ਵਿੱਚ ਪਾਇਆ। ਠੀਕ ਹੈ। ਟਰੱਕ ਦੇ ਵਿੱਚ ਥੱਲੇ ਪਾ ਕੇ ਉੱਤੇ ਤਰਪਾਲ ਪਾਈ, ਨਾ ਕਿਸੇ ਦਾ ਮੂੰਹ ਤਾਂ ਨਾ ਕੁਛ, ਨਾ ਪਤਾ ਕਿੱਧਰ ਲੈ ਕੇ ਜਾ ਰਹੇ ਹੈ। ਅੱਛਾ। ਸਾਨੂੰ ਉਹ 3 ਜਾਂ 4 ਘੰਟੇ ਉਹ ਲਿਜਾ ਕੇ ਉਹਨਾਂ ਨੇ ਇੱਕ ਸੜਕ ਦੇ ਕਿਨਾਰੇ ਫੇਰ ਛੱਡਤਾ ਮਿਲਟਰੀ ਵਾਲਿਆਂ ਨੇ। ਸਾਨੂੰ ਇਹ ਨਹੀਂ ਪਤਾ ਹੈਗਾ ਵੀ ਉਹਨਾਂ ਦੀ ਕੌਣ ਪੇਮੈਂਟ ਕਰ ਰਿਹਾ, ਕਿਵੇਂ ਪੇਮੈਂਟ ਹੋ ਰਹੀ ਹੈ, ਕੀ ਕੁਛ ਵੀ ਹੈ। ਉਸ ਤੋਂ ਬਾਅਦ ਸਾਨੂੰ ਲੱਗਣ ਲੱਗ ਪਈ ਭੁੱਖ ਤਾਂ ਲੱਗਣੀ ਹੈ ਵੀ, ਕਿਉਂਕਿ ਸਾਡੇ ਕੋਲ ਕੁਛ ਨਹੀਂ ਸੀ। ਪਹਿਲੀ ਵਾਰ ਅਸੀਂ ਸੇਬ ਦੇ ਪੱਤਿਆਂ ਦੇ ਵਿੱਚੋਂ ਅਸੀਂ ਪਛਾਣ ਕੇ ਥੱਲੋਂ ਸੇਬ ਚੱਕ ਕੇ ਤੇ ਅਸੀਂ ਉਹਦੇ ਕੜਿਆਂ ਦੇ ਨਾਲ ਆਪਣੇ ਨਾਲ ਕੱਟ ਕੇ ਗਲਿਆ ਸੇਬ, ਜਿਹੜਾ ਮਿੱਟੀ 'ਚ ਲੱਗਿਆ ਹੁੰਦਾ ਨਾ ਸੇਬ ਗਲਿਆ, ਉਹ ਗਲ ਜਾਂਦਾ। ਜਿਹੜਾ ਉੱਤੇ ਬਰਫ਼ 'ਚ ਸੀ ਉਹ ਸਹੀ ਹੁੰਦਾ ਸੀ। 3-3 ਫੁੱਟ ਬਰਫ਼ ਸੀ। ਅਸੀਂ ਉਹਦੇ ਵਿੱਚੋਂ ਜਦੋਂ ਅਸੀਂ ਸੇਬ ਅੱਧੇ ਖਾ ਲੈਣੇ, ਜਿੰਨਾ ਜਿਹਨੂੰ ਮਿਲਣਾ ਉਹਨੇ ਖਾ ਲੈਣਾ। ਕੋਈ ਉਹਦੇ 'ਚ ਇਹ ਨਹੀਂ ਸੀ ਹੁੰਦਾ ਵੀ ਤੂੰ ਕੌਣ ਹੈ ਤੇ ਤੂੰ ਆ। ਸਭ ਸਾਡੇ ਨਾਲ 2 ਫੌਜੀ, ਇੱਕ ਟਰੱਕ ਡਰਾਈਵਰ, ਇੱਕ ਪੰਜਾਬ ਪੁਲਿਸ ਦਾ ਹੌਲਦਾਰ, ਜਿਹੜੇ ਸਾਡੇ BS ਮਤਲਬ ਵੀ ਨੌਕਰੀ ਪੇਸ਼ਾ ਨਾ, ਉਹ ਸਾਰੇ ਫੌਜੀ ਵੀ ਰਿਟਾਇਰ ਹੋਏ ਸੀ
ਟਰੱਕ ਡਰਾਈਵਰ ਵੈਸੇ ਉਵੇਂ ਸੀ, ਜਿਹੜਾ ਹੌਲਦਾਰ ਸੀ ਉਹ ਇੱਥੋਂ ਡਿਫਾਲਟਰ ਸੀ ਕਿਸੇ ਕੰਮ ਨੂੰ। ਉਹ ਕਹਿੰਦਾ ਮੈਂ ਕਿਹਾ ਯਾਰ ਇੱਥੇ ਵੀ ਕਿਸੇ ਚੱਕਰ 'ਚ ਪਾਵਾਂਗੇ, ਤੇ ਕਹਿੰਦਾ ਆਪਾਂ ਲੰਘ ਚੱਲੀਏ। ਇਹ ਸਾਡੇ ਸੀਨੀਅਰ ਸੀ। ਜਿਵੇਂ ਇਹ ਸਾਨੂੰ ਵੀ, ਕਿਉਂਕਿ ਉੱਥੇ ਨਾ ਤਾਂ ਕੋਈ ਕਿਸੇ ਚੀਜ਼ ਦਾ ਪਤਾ ਹੁੰਦਾ, ਸਾਰੇ ਅੰਨੇ ਖੂਹ ਵਾਲੀ ਗੱਲ ਸੀਗੀ। ਪਰ ਜਿਹੜਾ ਉਹ ਐਵੇਂ ਹੁੰਦਾ ਵੱਡਾ ਹੁੰਦਾ ਵੀ ਚਲੋ ਜਿਵੇਂ ਇਹ ਕਹਿੰਦਾ ਉਵੇਂ ਕਰੋ। ਅਸੀਂ ਯੂਕਰੇਨ ਤੋਂ ਜਦੋਂ ਅਸੀਂ ਕੀਵ ਪਹੁੰਚੇ, ਕੀਵ ਜਾ ਕੇ ਸਾਨੂੰ ਲੱਗਣ ਲੱਗ ਪਿਆ ਬਈ ਆਪਣਾ ਕੋਈ ਨਹੀਂ ਗਾ, ਕਹਾਣੀ ਖਤਮ ਹੈ। ਉਹਦਾ ਸਾਨੂੰ ਕਿੱਥੋਂ ਪਤਾ ਲੱਗਿਆ, ਜਦੋਂ ਅਸੀਂ ਕੀਵ ਸ਼ਹਿਰ ਦੇ ਨੇੜੇ ਪਹੁੰਚੇ, ਸਾਨੂੰ ਏਜੰਟ ਉੱਥੇ ਨਹੀਂ ਲੈ ਕੇ ਗਏ ਕਿਸੇ ਸ਼ਹਿਰ 'ਚ। ਉਹਨਾਂ ਨੇ ਸਾਨੂੰ ਜਿਵੇਂ ਆਪਣੇ ਆ ਮੋਟਰਾਂ ਦੇ ਕਮਰੇ ਹੈ, ਇਵੇਂ ਕਮਰੇ ਦੇ ਵਿੱਚ ਸਾਨੂੰ ਲਿਜਾ ਕੇ ਬਾਤਾ ਖੇਤਾਂ ਦੇ ਵਿੱਚ। ਬਰਫ਼ ਬੜੀ ਜ਼ਿਆਦਾ ਉੱਥੇ। ਰਾਤ ਨੂੰ ਜਦੋਂ ਅਸੀਂ ਉੱਤੇ ਥੱਲੇ ਨਹੀਂ ਸੀ, ਉਹ ਉੱਤੇ ਚੜਾਇਆ ਉਹਨੇ ਕਮਰੇ ਦੇ ਵੀ ਉੱਥੇ ਟੇਢੀ ਛੱਤ ਹੁੰਦੀ ਆ। ਰਾਤ ਨੂੰ ਇੰਨੀ ਉੱਥੇ ਬੁਰੇ ਹਾਲ ਵੀ ਠੰਡ ਲੱਗੇ, ਇੱਕ ਦੂਜੇ ਦੇ ਨਾਲ ਚੁੰਬੜੀ ਗਏ। ਰਾਤ ਨੂੰ ਜਦੋਂ ਦਿਨ ਚੜ੍ਹਿਆ, ਉਹ ਜਿਹੜਾ ਘਾਹ ਪਿਆ ਸੀ ਨਾ ਉਹਨਾਂ ਨੇ ਸੁਕਾਇਆ ਰਸ਼ੀਆਂ ਨਾਲ ਨੇ, ਉਹਦੀਆਂ ਅਸੀਂ ਰਜਾਈਆਂ ਬਣਾ ਲਈਆਂ ਸੀ। ਘਾਹ ਉੱਤੇ ਲਿਆ ਉਹਦੇ ਵਿੱਚ ਫਿਰ ਕੀ ਹੁੰਦਾ ਸੀ, ਕਿਸੇ ਨੇ ਪਿਸ਼ਾਬ ਕਰਨਾ ਹੈ ਥੱਲੇ ਨਹੀਂ ਸੀ ਜਾ ਸਕਦਾ, ਗੁੱਠ ਦੇ ਵਿੱਚੋਂ ਹੀ ਬਾਹਰ ਕਰ ਲਓ। ਠੀਕ ਹੈ ਹਾਂਜੀ। ਉਹ ਨਿਬੜਨਾ। ਫਿਰ ਅਸੀਂ ਉੱਥੋਂ ਜਦੋਂ ਯੂਕਰੇਨ ਸਾਨੂੰ ਲੁਕੋ ਕੇ ਰੱਖਿਆ ਤੁਹਾਨੂੰ, ਹਾਂਜੀ ਲੁਕੋ ਕੇ ਰਾਤ। ਫਿਰ ਸਾਡੇ ਕੋਲ 2 ਦਿਨ ਅਸੀਂ ਉੱਥੇ ਕਮਰੇ 'ਚ ਬੈਠੇ ਰਹੇ। 2 ਦਿਨਾਂ ਬਾਅਦ ਇੱਕ ਮਾਈ ਆਈ, ਗੋਰੀ ਬਜ਼ੁਰਗ। ਉਹ ਸਾਨੂੰ ਕਹਿੰਦੀ, ਪੈਸਿਆਂ ਦਾ ਇਸ਼ਾਰਾ ਕਰਿਆ। ਅਸੀਂ ਉਹਨੂੰ $5 ਦਿੱਤੇ। $5 ਦੀ ਉਹਨੇ ਇੱਕ ਬਾਲਟੀ ਆਲੂਆਂ ਦੀ ਲਿਆ ਕੇ ਦਿੱਤੀ ਸਾਨੂੰ। ਛਿੱਲੇ ਛਿਲਾਏ, ਉਬਲੇ ਅਤੇ ਛਿੱਲੇ ਛਿਲਾਏ। ਅਸੀਂ ਸਾਰਿਆਂ ਨੇ ਖਾਧੇ। ਸਾਨੂੰ ਐਂ ਲੱਗਿਆ ਵੀ ਜ਼ਿੰਦਗੀ ਹੈਗੀ, ਤਸੱਲੀ ਹੋ ਗਈ। ਆਲੂ ਵੀ ਮੰਨ ਲਓ ਵੀ ਤੁਹਾਨੂੰ ਚਿਕਨ ਵਰਗਾ ਲੱਗਿਆ। ਮੈਂ ਵੇਖੋ ਜੀ, ਚਿਕਨ ਅਸੀਂ ਕਦੀ ਖਾਧਾ ਹੀ ਨਹੀਂ ਸੀ। ਅਤੇ ਸਾਨੂੰ ਕੀ ਪਤਾ ਵੀ ਕੀ ਚੀਜ਼ ਸੀ। ਅਤੇ ਉਸ ਤੋਂ ਬਾਅਦ ਅਸੀਂ ਜੀ ਜਿਉਂ ਉੱਥੋਂ ਸਾਨੂੰ ਐਂ ਲੱਗਣ ਲੱਗ ਪਿਆ ਵੀ ਲੋਕਾਂ ਦੇ ਵਿੱਚ ਇਨਸਾਨੀਅਤ ਹੈਗੀ ਆ। ਪਰ ਇਹ ਇਨਸਾਨੀਅਤ ਉਹਨਾਂ ਹੀ ਸੀ, ਸਾਡੇ ਵਾਲੇ ਏਜੰਟਾਂ ਦਾ ਨਹੀਂ ਸੀ ਕੋਈ। ਅਸੀਂ ਉੱਥੇ ਧੱਕੇ ਧੁੱਕੇ ਖਾ ਕੇ ਜਦੋਂ ਅਸੀਂ ਫਿਰ ਸਾਨੂੰ ਕੀਵ ਤੋਂ ਸਲੋਵਾਕੀਆ ਲਿਜਾ ਰਹੇ ਸੀ ਨਾ, ਉਹ ਸਾਡਾ ਸਾਰਿਆਂ ਨਾਲੋਂ ਮਾੜਾ ਪਲ ਸੀ। ਉੱਥੇ ਕੀ ਕਰਿਆ ਉਹਨਾਂ ਨੇ, ਆ ਜਿਹੜੀਆਂ ਆਪਣੀਆਂ ਸਕੂਲ ਵੈਨਾਂ ਜਿਸ ਟਾਈਪ ਦੀਆਂ, ਇਹਦੇ ਵਿੱਚ ਥੱਲੇ ਤਾਂ ਉਹਨਾਂ ਨੇ ਆਪਦਾ ਟੂਰਿੰਗ ਬਣਾਇਆ ਹੁੰਦਾ ਸੀ ਵੀ ਅਸੀਂ ਟੂਰਿੰਗ 'ਤੇ ਜਾ ਰਹੇ ਹਾਂ। ਉਹਨਾਂ ਨੇ ਉੱਤੇ ਬੰਦੇ ਦੇ ਪੈਣ ਨੂੰ ਛੱਤ ਦੇ ਵਿੱਚ ਇੰਨਾ ਇੱਕ ਫੱਟੇ ਲਾ ਕੇ ਅਤੇ ਬੰਦੇ ਪਾਏ ਸੀ। ਉਹਨਾਂ ਨੇ ਸਾਨੂੰ ਕਹਿੰਦੇ ਵੀ ਬੋਰ ਦੀ ਐਵੇਂ ਕਰਕੇ ਬੋਲਦੇ ਹੁੰਦੇ ਸੀ ਕਿ ਵੀ ਦਵਾ ਦਵ ਜਾਂ ਕਿਵੇਂ। ਅਤੇ ਅਸੀਂ ਜੀ ਉਹਦੇ ਵਿੱਚ ਸਾਨੂੰ ਪਾਤਾ। ਅਸੀਂ ਆਪਦੇ ਇੰਨੀਆਂ ਚੌੜੇ ਹੋ ਗਏ ਵੀ ਆਪਾਂ ਪੈ ਗਏ। ਉਹ ਜਿਹੜੇ ਰਸ਼ੀਅਨ ਉਹ ਮਾਫੀ ਵਾਲੇ ਸੀ, ਉਹਨੇ ਬੰਦਾ ਉਹ ਮੇਰੇ ਨਾਲੋਂ ਵੀ 1 ਫੁੱਟ ਉੱਚਾ। ਅਤੇ ਜਿਹੜੇ ਮਾਫੀ ਵਾਲੇ ਹੁੰਦੇ ਸੀ, ਜੇ 2 ਬੰਦੇ ਤਾਂ 2 ਜਨਾਨੀਆਂ, 1 ਬੰਦਾ ਅਤੇ 1 ਜਨਾਨੀ। ਉਹਨਾਂ ਦੇ ਕੋਲ ਰਿਵਾਲਵਰ ਅਤੇ ਜਿਹੜੇ ਵੱਡੇ ਆਹ ਦਾਤਰ ਜਿਵੇਂ ਆਪਾਂ ਕਹਿ ਦਿੰਦੇ ਹਾਂ, ਉਸ ਚੀਜ਼ ਦੇ ਉਹਨਾਂ ਦੇ ਕੋਲ ਇੱਕ ਦੂਜੇ ਦੇ ਗੈਂਗ ਦਾ ਦੂਜਾ ਗੈਂਗ ਬੰਦੇ ਚੱਕਦਾ। ਇਹ ਸਾਨੂੰ ਉਦੋਂ ਪਤਾ ਲੱਗਿਆ ਉੱਥੇ ਵੀ ਆਹ ਚੀਜ਼ਾਂ ਵੀ ਹੁੰਦੀਆਂ। ਅਸੀਂ ਉਹਨਾਂ ਨੇ ਸਾਨੂੰ ਉਹਦੇ ਵਿੱਚ ਵੈਨ 'ਚ ਪਾਇਆ। ਹਾਲਾਤ ਇਹੋ ਜਿਹੇ ਹੋਏ ਵੀ ਜੇ ਕੋਈ ਬੰਦਾ ਉਹਨਾਂ ਨੂੰ ਕਹਿੰਦਾ ਸੀ ਮਾਫੀ ਵਾਲੇ ਨੂੰ ਵੀ ਮੈਂ ਪਿਸ਼ਾਬ ਕਰਨਾ, ਅਤੇ ਉਹਨੂੰ ਕੁੱਟਦੇ ਸੀ। ਇੱਕ ਟਾਈਮ ਇਹੋ ਜਿਹਾ ਵੀ ਆਇਆ, ਇੱਕ ਮੁੰਡੇ ਨੂੰ ਪਿਸ਼ਾਬ ਆਵੇ, ਉਹ ਕਹਿੰਦਾ ਮੈਨੂੰ ਪਿਸ਼ਾਬ ਆਉਂਦਾ। ਜੇ ਉੱਚੀ ਬੋਲਦੇ ਸੀ ਤਾਂ ਵੀ ਕੁੱਟਦੇ ਸੀ। ਹਾਂਜੀ। ਅਤੇ ਅਸੀਂ ਆਪਦਾ ਉਸ ਹਿਸਾਬ ਨਾਲ ਜਿਵੇਂ ਵੀ ਕੰਮ ਚੱਲਦਾ ਸੀ ਅਤੇ ਸਾਡਾ ਚੱਲੀ ਗਿਆ। ਉਹ ਬੰਦਾ ਬੜਾ ਤੰਗ। ਫਿਰ ਅਸੀਂ ਕੀ ਕਰਿਆ, ਸਾਡੇ ਬੂਟ ਥੱਲੇ ਲਾ ਕੇ ਉਹਨਾਂ ਨੇ ਪਾਲੇ ਸੀ। ਉਹ ਕੋ ਕਿੱਟ ਜੀ ਸੀਗੀ, ਉਹਦੇ 'ਚ ਨੰਗੇ ਪੈਰੀ ਸੀ। ਉਸ ਬੰਦੇ ਨੇ ਜਰਾਬ ਦੇ ਵਿੱਚ ਪਿਸ਼ਾਬ ਕਰਿਆ। ਉਹਨੇ ਗਾਂਹ ਦੀ ਗਾਂਹ ਫੜਾਇਆ, ਜਿੱਥੇ ਗਾਂਹ ਰੋਸ਼ਨਦਾਨ ਆਇਆ ਉੱਥੇ ਜਰਾਬ ਨਿਚੋੜ ਦਿਆ ਕਰੀਏ। ਵੀ ਇਹੋ ਜਿਹਾ ਟਾਈਮ ਵੀ ਸਾਡੇ 'ਤੇ ਬੀਤਦਾ ਰਿਹਾ। ਫਿਰ ਉਹਨਾਂ ਨੇ ਸਾਨੂੰ ਇੱਕ ਰਾਤ, ਸਾਰੀ ਰਾਤ ਵੈਨ ਦੇ ਵਿੱਚ ਭੁੱਖਣ ਪਾਣੇ। ਫਿਰ ਅਸੀਂ ਉੱਥੋਂ ਸਲੋਵਾਕੀਆ ਦੇ ਬਰਾਤੀਸਲੋਵਾ 'ਚ ਪਹੁੰਚ ਗਏ। ਬਰਾਤੀਸਲੋਵਾ ਦੇ ਵਿੱਚ ਉੱਥੇ ਪਤਾ ਲੱਗਿਆ ਜੀ ਇੱਥੇ ਇੰਡੀਅਨ ਦਾ ਆਪਣੇ ਦਾ ਕਮਰਾ ਹੈ। ਪਰ ਪਹਿਲਾਂ ਜਦੋਂ ਅਸੀਂ ਬਰਾਤੀਸਲੋਵਾ ਦੇ ਰਸਤੇ ਹੀ ਸੀ ਨਾ, ਅਤੇ ਵੀਅਤਨਾਮ ਦੇ ਸਾਡੇ ਨਾਲ ਇੱਕ ਜਿਵੇਂ ਮੰਨ ਲਓ ਅੱਜ ਕੱਲ੍ਹ ਦੇ ਲਾ ਲਈਏ ਵੀ ਕੋਈ ਜਥਾ ਰਲ ਗਿਆ, 6-7 ਮੁੰਡੇ ਅਤੇ 6-7 ਹੀ ਕੁੜੀਆਂ। ਇੱਕ ਕੁੜੀ ਤੋਂ ਤੁਰਿਆ ਨਾ ਜਾਵੇ। ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਇਹਨੂੰ ਲੈ ਕੇ ਜਾਣਾ। ਉਹ ਕਹਿੰਦੇ ਨਾ। ਉਹਨਾਂ ਨੇ ਮਾਫੀ ਵਾਲਿਆਂ ਨੇ ਕੁੜੀ ਨੂੰ ਸਾਈਡ 'ਤੇ ਲਿਜਾ ਕੇ ਫਾਇਰ ਕਰਿਆ, ਕੁੜੀ ਮਾਰ ਕੇ ਖੱਡ ਦੇ ਵਿੱਚ।
ਗੋਲੀ ਮਾਰੀ ਤੇ ਨਿਬੇੜਤਾ ਥਾਂ ਤੇ ਕੰਮ। ਮੈਂ ਨਾ ਜੀ ਆਵਾਜ਼ ਅਸੀਂ ਸੁਣੀ ਉਸ ਦਿਨ ਸਾਨੂੰ ਭੁੱਖ ਵੀ ਨਹੀਂ ਲੱਗੀ ਉਸ ਦਿਨ ਸਾਨੂੰ। ਦਿਲ ਕਿਵੇਂ ਕਰਦਾ ਸੀ ਫਿਰ ਦਿਲ- ਪੈਰ ਦੀ ਆਵਾਜ਼ ਸੁਣ ਕੇ? ਬਾਈ ਜੀ ਦਿਲ ਪਤਾ ਹੀ ਕਰਦਾ ਸੀ ਉਸ ਦਿਨ ਮਨ 'ਚ ਇਹ ਆ ਗਿਆ ਸੀਗਾ ਵੀ ਆਪਾਂ ਵੀ ਮਰਨਾ ਹੈ। 2 ਦਿਨ ਜਦੋਂ ਅਸੀਂ ਸਲੋਵਾਕੀਆ ਦੇ ਵਿੱਚ ਅਸੀਂ ਐਂਟਰ ਹੋ ਗਏ ਤੇ ਅਸੀਂ 2 ਦਿਨ ਜਦੋਂ ਉੱਥੇ ਰਹੇ ਤੇ ਸਾਡਾ ਜੀ ਉਹ ਕਾਂਡ ਵੇਖ ਕੇ ਸਾਨੂੰ ਵੀ ਲੱਗਣ ਲੱਗ ਪਿਆ ਵੀ ਵਾਰੀ ਨਾਲ ਆਪਾਂ ਮਰਨਾ ਹੈ। ਉਹਦੇ ਉੱਤੇ ਜਿਵੇਂ ਕਹਿੰਦੇ ਆ ਵੀ ਇੱਕ ਦੇ ਨਾਲ ਹੋਰ ਘਟਨਾ ਹੋ ਜਾਂਦੀ ਹੈ। ਸੇਬ ਦਾ ਦਰਖਤ ਲੱਭ ਗਿਆ, ਕਹਿੰਦੇ ਜੀ ਇੱਥੇ ਸੇਬ ਹੋਣਗੇ, ਵੇਖਣ ਲੱਗ ਪਏ। ਉਹ ਸੇਬ ਵੇਂਦਿਆਂ ਤੋਂ ਜਿਵੇਂ ਮੁੱਢ ਕਿੰਨੀ ਨੂੰ ਤੁਰੇ ਗਏ ਨਾ, ਬਰਫ਼ ਹਟਾਉਂਦੇ 3 ਫੁੱਟ ਬਰਫ਼ ਸੀਗੀ। ਜਦੋਂ ਹਟਾਉਂਦਿਆਂ ਅਸੀਂ ਮੁੱਢ ਕਿੰਨੀ ਨੂੰ ਤੁਰੇ ਗਏ ਤੇ ਉੱਥੇ ਸਾਨੂੰ ਬੂਟ ਇਸ ਤਰ੍ਹਾਂ ਪਏ ਦੇ ਬੰਦੇ ਦੇ ਬੂਟ ਦੇ ਸੀ। ਅੱਛਾ। ਜਦੋਂ ਫਰੋਲਿਆ ਬੰਦੇ ਦੀਆਂ ਲੱਤਾਂ, ਅੱਛਾ, ਜਿਵੇਂ ਗਾਂਹ ਗਏ, ਜਿਵੇਂ ਮੈਂ ਹੁਣ ਬੈਠਾ ਤੇ ਮੁੱਢ ਦੇ ਨਾਲ ਬੰਦਾ ਬੈਠਾ ਧੜ, ਕੱਪੜੇ ਪਾਏ ਤੇ ਜਿਵੇਂ ਮੰਨ ਲਓ ਡੈਡ ਵੀ ਬੈਠੀ ਕਿਤੇ ਬੈਠਾ ਨਹੀਂ, ਉਹ ਤੋਂ ਤੁਰਿਆ ਨਹੀਂ ਗਿਆ। ਇਹ ਸਾਡੇ ਨਾਲ ਵੀ ਐਵੇਂ ਹੋਈ ਸੀ, ਤੁਰਿਆ ਨਹੀਂ ਜਾਂਦਾ ਬਾਈ। ਜਦੋਂ ਉੱਥੇ ਬੈਠਾ ਰਹਿ ਗਿਆ, ਉਦੋਂ ਬਾਅਦ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਉੱਥੇ। ਅਸੀਂ ਜੇ ਉਹਨੂੰ ਬੰਦੇ ਨੂੰ ਫਰੋਲਿਆ, ਉਹਦੇ ਸਾਨੂੰ ਕੜਾ ਲੱਭਿਆ। ਅਸੀਂ ਉਦਣ ਫਿਰ ਜਿੰਨੇ ਅਸੀਂ 28 ਜਾਣੇ ਸੀਗੇ, ਅਸੀਂ 28 ਜਾਣਿਆਂ ਨੇ ਇੱਕ ਦੂਜੇ ਨੂੰ ਇਹ ਕਿਹਾ ਵੀ ਜੇ ਆਪਣੇ ਸਾਡੇ ਘਰਾਂ 'ਚ ਗੱਲ ਹੋਣ ਲੱਗ ਪਈ ਸੀ ਗਾਂਹ ਦੀ ਗਾਂਹ ਨੰਬਰ, ਵੀ ਜਿਵੇਂ ਮੇਰੇ ਘਰੇ ਗੱਲ ਹੋ ਗਈ, ਮੇਰੇ ਘਰਦੇ ਨੇ ਇਹਦੇ ਘਰੇ ਉਹਦਾ ਨੰਬਰ ਦੇਣਾ ਵੀ ਉਹਦੇ ਰਾਹੀਂ ਗੱਲ ਹੁੰਦੀ ਸੀ ਕਿਤੇ ਤੀਜੇ ਚੌਥੇ ਦਿਨ। ਠੀਕ ਹੈ। ਉਹ ਵੀ ਸ਼ੁਰੂ 'ਚ ਹੀ ਜਦੋਂ ਅਸੀਂ ਸਲੋਵਾਕੀਆ ਟੱਪ ਗਏ, ਉਦੋਂ ਬਾਅਦ ਸਾਡੀ ਗੱਲ ਹੋਣੋਂ ਹਟ ਗਈ। ਉਹ ਬਾਅਦ 'ਚ ਅਸੀਂ ਇੱਕ ਦੂਜੇ ਨੂੰ ਕਿਹਾ ਓਏ ਕੋਈ ਰਾਹ 'ਚ ਰਹਿ ਗਿਆ, ਕਿਸੇ ਨੇ ਦੱਸਣਾ ਨਹੀਂ, ਮਰ ਗਿਆ, ਵੀ ਘਰ ਦੇ ਇਸ ਵਾਸਤੇ ਤਾਂ ਰਹਿਣ ਵੀ ਆ ਜਾਊਗਾ। ਉਹ ਬੰਦਾ ਜਦੋਂ ਫਰੋਲਿਆ, ਲਓ ਜੀ ਸਾਡੇ ਨਾਲ ਇੱਕ ਗਿਆਨੀ ਵੀ ਸੀਗਾ, ਉਹਨੇ ਲੱਭੇ ਸਿੱਟ ਤੇ। ਚਲੋ ਸਾਰੇ ਜਾਣੇ ਭੈਣ ਚੋ ਮਨ ਇਹ ਬਈ ਮੌਤ ਵੇਖ ਕੇ ਵੱਡੇ ਪਿਘਲ ਜਾਂਦੇ। ਅਸੀਂ ਤਾਂ ਚਲੋ ਕੁਛ ਵੀ ਨਹੀਂ ਸੀ। ਉੱਥੋਂ ਫਿਰ ਅਸੀਂ ਜਦੋਂ ਜਿਵੇਂ ਵੀ ਸਾਡਾ ਟਾਈਮ ਟੱਪਿਆ, ਅਸੀਂ ਜੀ ਆਪਦੇ ਆਪ ਨੂੰ ਸੁਰਤ 'ਚ ਲਿਆਂਦਾ। 3 ਰਾਤਾਂ ਅਸੀਂ ਫਿਰ ਇੱਕ ਥਾਂ 'ਤੇ ਬੈਠੇ ਰਹੇ। ਇਹ ਸਾਨੂੰ ਕਾਰਨ ਕੀ ਸੀ? ਦਿਨ ਤਾਂ ਸਾਨੂੰ ਕੋਈ ਲੱਭਦਾ ਹੀ ਨਹੀਂ ਸੀ ਹੁੰਦਾ। ਜੰਗਲ ਇਹ ਸੀਗਾ ਵੀ ਪਤਾ ਹੀ ਨਹੀਂ ਕਿੱਡੇ ਵੱਡੇ ਜੰਗਲ ਹੈ। ਅਤੇ ਜਦੋਂ ਮਾਫੀ ਵਾਲੇ ਹੁੰਦੇ ਸੀ, ਉਹ ਸਾਨੂੰ ਲੈ ਕੇ ਜਾਂਦੇ ਸੀ, ਉਹਨਾਂ ਕੋਲ ਟਾਰਚਾਂ ਹੁੰਦੀਆਂ ਸੀ ਰਾਤ ਨੂੰ। ਅੱਛਾ। ਉਹਨਾਂ ਦੇ ਆਪਦੇ ਦਰਖਤਾਂ ਦੇ ਵਿੱਚ ਕੋਈ ਮੈਗਨੇਟ ਲਾ ਲਓ ਜਾਂ ਕਿਸ ਤਰ੍ਹਾਂ ਵੀ ਕੋਈ ਇਸ ਤਰ੍ਹਾਂ ਪੰਚ ਕਰੇ ਵੇ ਹੁੰਦੇ ਸੀ। ਉਹ ਜਦੋਂ ਰੇਡੀਅਲ ਜਾਂ ਉਹ ਜਦੋਂ ਬੈਟਰੀ ਮਾਰਦੇ ਸੀ ਨਾ, ਉਹਨਾਂ ਨੂੰ ਉਹ ਦਿਖ ਜਾਂਦੀ ਸੀ ਵੀ ਆਪਾਂ ਐ ਨੂੰ ਜਾਣਾ ਹੈ, ਮਤਲਬ ਉਦੋਂ ਰਿਫਲੈਕਸ਼ਨ ਪੈਂਦੀ। ਹਾਂਜੀ। ਅਤੇ ਉਸ ਨੂੰ ਸਿੱਧੇ ਤੁਰੇ, ਨਹੀਂ ਤਾਂ ਉੱਧਰ ਜਿੱਧਰ ਮਰਜ਼ੀ ਜਾ ਸਕਦੇ, ਜੰਗਲੀ ਏਡੇ ਵੱਡੇ। ਹਾਂਜੀ। ਬਾਅਦ 'ਚ ਅਸੀਂ ਜੀ ਜਿਵੇਂ ਸਾਡੇ ਨਾਲ ਉਹ ਸਾਨੂੰ ਤੋਰੀ ਜਾਂਦੇ ਸੀ, ਅਸੀਂ ਪਿੱਛੇ। ਮਤਲਬ ਡੰਡੀਆਂ ਤਾਂ ਬਣੀਆਂ ਹੋਣ ਨਾ ਬਾਈ ਜੀ, 3 ਫੁੱਟ ਬਰਫ਼ ਪਈ ਜਾਂਦੀ ਹੈ। ਅੱਛਾ। ਡੰਡੀ ਹੁੰਦੀ ਨਹੀਂ। ਜੇ ਪੁਲਿਸ ਦੀ ਗੱਡੀ ਆ ਗਈ, ਇੱਕ ਮੈਂ ਹੁੰਦਾ ਸੀ, ਇੱਕ ਜਲੰਧਰ ਕੋਲ ਦਾ ਲੁਬਾਣਿਆਂ ਦਾ ਮੁੰਡਾ ਹੁੰਦਾ ਸੀ, ਬਿੱਲਾ ਬੜਾ ਸ਼ਰਾਰਤੀ ਜਿਹਾ ਅਤੇ ਹਸਮੁਖ। ਸਾਡੀ ਦੋਵਾਂ ਦੀ ਕੀ ਆਦਤ ਸੀ, ਅਸੀਂ 28 ਦੇ 28 ਜਾਣਿਆਂ ਦੇ ਵਿੱਚੋਂ ਜਦੋਂ ਮਾਫੀ ਵਾਲੇ ਭੱਜਦੇ ਹੁੰਦੇ ਸੀ, ਜਦੋਂ ਉਹਨਾਂ ਨੂੰ ਕੋਈ ਲਾਈਟ ਦੇਖਦੀ ਸੀ ਨਾ ਗੱਡੀ ਦੀ ਆਉਂਦੀ ਦੀ, ਜਾਂ ਜਿਵੇਂ ਜੰਗਲਾਂ ਦੇ ਵਿੱਚ ਵੀ ਪੁਲਿਸ ਉੱਥੇ ਫਿਰਦੀ ਹੈ ਵੀ ਗੇੜੇ ਮਾਰਦੀ ਜਾਂ ਕਿਵੇਂ ਵੀ ਆਦੀ ਗਸ਼ਤ 'ਤੇ, ਉਹ ਜਦੋਂ ਭੱਜਦੇ ਸੀ ਨਾ, ਅਸੀਂ ਉਹਨਾਂ ਦੇ ਪਿੱਛੇ ਭੱਜ ਪੈਂਦੇ ਸੀ। ਅੱਛਾ। ਅਤੇ ਉਹ ਸਾਨੂੰ ਦਾਈ ਪੋਰ ਕੋ ਪਤਾ ਨਹੀਂ ਵੀ ਕੀ ਇਸ ਚੀਜ਼ ਦਾ ਸਾਨੂੰ ਨਹੀਂ ਪਤਾ ਗਾ, ਪਰ ਹਾਂ ਉਹ ਸਾਰੇ ਬੰਦੇ ਆਪਣੇ ਲੁੱਕ, ਜਿਹੜੀਆਂ ਹੁਣ ਆਪਣੇ ਨਰਮੇ ਦੀਆਂ ਵੱਡੀਆਂ ਗੱਠਾਂ ਬਣਦੀਆਂ ਝੋਨੇ ਦੀਆਂ, ਏਡੀਆਂ ਗੱਠਾਂ ਸੀ, ਉਹਦੇ ਲੁੱਕ ਕੇ ਸਾਰਿਆਂ ਨੇ ਬਹਿ ਜਾਣਾ। ਅਸੀਂ ਉਹਨਾਂ ਦਾ ਖਹਿੜਾ ਨਾ ਛੱਡਣਾ, ਸਾਨੂੰ ਨਾਲ ਦੇ ਨੇ ਲੜਨਾ, ਉਹਨੇ ਕਹਿਣਾ ਤੁਸੀਂ ਭੱਜਦੇ ਹੋ ਤਾਂ ਭੱਜਦੇ ਆ, ਅਸੀਂ ਕਹਿਣਾ ਕੰਜਰ ਤੋਂ ਅੱਗੇ ਛੱਡ ਕੇ ਭੱਜ ਜਾਂਦੇ, ਆਪਾਂ ਨੂੰ ਕਿਹੜਾ ਕੋਈ ਲੈਣ ਆਉਂਦਾ ਵੀ ਆਪਾਂ ਇਹਨੂੰ ਤਾਂ ਨਾ ਛੱਡੀਏ, ਵੀ ਆਪਣੇ ਇਹੀ ਵਾਲੀ ਵਾਰਸ ਹੈ। ਅਸੀਂ ਉਹਨਾਂ ਦੇ ਨਾਲ ਧੱਕੇ ਖਾਈ ਜਾਣੇ। ਚਲੋ ਜੀ ਜਿਵੇਂ ਵੀ ਹੋਣਾ, ਉਹਨਾਂ ਨੇ ਬਾਅਦ 'ਚ ਸਾਨੂੰ ਪੁੱਛਣਾ, ਜਿਹੜੀਆਂ ਗੱਲਾਂ ਵੀ ਕਈ ਮਜ਼ਾਕ ਵੀ ਹੋ ਜਾਂਦੇ ਸੀ। ਉਹਨਾਂ ਨੇ ਕਹਿਣਾ ਇੰਡੀਅਨ, ਅਸੀਂ ਕਹਿਣਾ ਯਾ ਪੰਜਾਬੀ। ਅੱਛਾ। ਜਦੋਂ ਪੰਜਾਬੀ ਦਾ ਲੜਨਾ, ਕਹਿੰਦਾ ਬੈਸਟ। ਅਸੀਂ ਇੰਨੇ ਨਾਲ ਹੀ ਤੜੇ ਰਹਿਣਾ ਵੀ ਭੈਣ ਜੋ ਅਸੀਂ ਪੰਜਾਬੀ ਬਹੁਤ ਮਹਾਨ ਹੈ। ਹਾਲਾਂਕਿ ਕਾਰਨ ਕੀ ਵੀ ਅਸੀਂ ਆਪਦੇ ਉਹਨਾਂ ਟਾਈਮਾਂ ਦੇ ਵਿੱਚ ਫਸੇ ਹੋਏ ਸੀਗੇ, ਅਤੇ ਜਦੋਂ ਅਸੀਂ ਉੱਥੇ ਇਵੇਂ ਇਹ ਗੱਲਾਂ ਬਾਤਾਂ ਹੋਈ ਜਾਇਆ ਕਰਨੀਆਂ, ਜਿਵੇਂ ਵੀ ਹੋਣੀਆਂ ਸਾਰਿਆਂ ਨੇ। ਇੱਕ ਉਹ ਬਿੱਲਾ ਮੁੰਡਾ ਹੁੰਦਾ ਸੀ, ਕਈ ਵਾਰੀ ਟਾਈਮ ਮਜ਼ਾਕ ਵਾਲਾ ਵੀ ਆ ਜਾਂਦਾ ਸੀ ਵਿੱਚ। ਉਹ ਬਿੱਲੇ ਨੇ ਬੈਠਿਆਂ ਤੋਂ ਕਹਿਣਾ ਬਰੜਾ ਕਿੰਨੇ ਭਰਾ ਹੋ? ਅਸੀਂ ਕਹਿਣਾ ਮੇਰੇ ਕਿਹਾ ਆਪਾਂ ਬੈਠੇ ਨੇ ਕਹਿਣਾ ਹੀ ਆ ਵੀ ਯਾਰ ਬਾਈ ਇਕੱਲਾ ਹੀ ਹੈ। ਉਹਨੇ ਕਹਿਣਾ 2 ਹੁੰਦੇ ਫਿਰ ਕੀ ਕਰ ਲੈਂਦੇ। ਉਹ ਸਾਰੇ ਗਰੁੱਪ ਦਾ ਮਾਹੌਲ ਚੇਂਜ ਹੋ ਜਾਂਦਾ ਹੈ ਵੀ ਕਿਉਂਕਿ ਫਸੇ ਸੀ।
ਤੇ ਕਈ ਵਾਰੀ ਐਵੇਂ ਹੋਣਾ। ਫਿਰ ਕਈ ਵਿੱਚੋਂ ਇੱਕ ਵਾਰੀ ਟਾਈਮ ਇਹੋ ਜਿਹਾ ਵੀ ਆਇਆ, ਅਸੀਂ ਜਦੋਂ 12 ਕੇ 13 ਦਿਨ ਅਸੀਂ ਭੁੱਖੇ ਰਹੇ ਲਗਾਤਾਰ। ਉਹ 12-13 ਦਿਨਾਂ ਦੇ ਵਿੱਚ ਇੱਕ ਸਾਡੇ ਨਾਲ ਸਭ ਤੋਂ ਛੋਟੀ ਉਮਰ ਦਾ ਲੁਬਾਣਿਆਂ ਦਾ ਹੀ ਮੁੰਡਾ 14 ਸਾਲਾਂ ਦਾ ਕੁੱਲ, ਉਹਦੇ ਡੈਡੀ ਦੇ ਨਾਲ ਮੇਰੀ ਗੱਲ ਹੋਈ। ਅਸੀਂ ਉਹਨੂੰ ਕਿਹਾ, ਮੈਂ ਕਿਹਾ ਅੰਕਲ ਇਹ ਸਾਡੇ ਨਾਲ ਨਾ ਭੇਜੋ। ਉਹਦੇ ਡੈਡੀ ਨੇ ਪਤਾ ਕੀ ਵਰਡ ਕਿਹਾ, ਕਹਿੰਦਾ ਜਿੱਥੇ ਜੇ ਤੁਸੀਂ ਮਰੋਗੇ ਤੇ ਵੀ ਮਰ ਜੂਗਾ। ਫਿਰ ਉਹ ਉਸ ਬੰਦੇ ਦੀ ਮੰਨ ਲਓ ਚਾਹੇ ਏਡੇ ਤਾਂ ਆਪਾਂ ਨਿਰਦਈ ਹੁੰਦਾ ਹੀ ਨਹੀਂ ਪੰਜਾਬੀ ਵੀ, ਅਸੀਂ ਉਸ ਮੁੰਡੇ ਨੂੰ ਨਾਲ ਰੱਖਿਆ। ਸਾਡੇ ਨਾਲ ਇੱਕ ਨਾ ਬੰਦਾ ਪਾਠ ਕਰਿਆ ਕਰੇ, ਉਹ ਅਸੀਂ ਉਹਨੂੰ ਬੜਾ ਗਿਆਨੀ ਮੰਨਿਆ ਕਰੀਏ ਵੀ ਬੰਦਾ ਬੜਾ ਸਾਫ਼ ਹੈ, ਪਰ ਉਹ ਕੋੜਾ ਸੀ ਦਿਲ ਦਾ। ਅੱਛਾ। ਉਹਦਾ ਕਾਰਨ ਕੀ ਸੀ, ਉਹ ਰਾਤ ਨੂੰ ਛੋਲੇ ਖਾਇਆ ਕਰੇ। ਉਹ ਛੋਲੇ ਖਾਇਆ ਕਰੇ ਤੇ ਉਹ ਉਹਦੇ ਨਾਲ ਸੌਂਦਾ ਹੁੰਦਾ ਸੀ, ਉਹ ਜਿਹੜਾ ਸਭ ਤੋਂ ਹਾਂ ਬੱਚਾ ਸੀਗਾ। ਉਹ ਮੇਰੇ ਨਾਲ ਜ਼ਿਆਦਾ ਉਹਦਾ, ਜਿਵੇਂ ਮੰਨ ਲਓ ਉੱਥੇ ਗਰੁੱਪ ਤਾਂ ਕੋਈ ਵੀ ਨਹੀਂ ਹੁੰਦਾ ਗਾ ਇੱਕ ਦੂਜੇ ਦੇ ਨਾਲ। ਉਹਨੇ ਬਾਅਦ 'ਚ ਕਿਹਾ ਵੀ ਕਹਿੰਦਾ ਯਾਰ ਮੈਨੂੰ ਕਹਿੰਦਾ ਬਈ ਅੰਕਲ ਕਹਿੰਦਾ ਵੀਰੇ ਕਹਿੰਦਾ ਇਹ ਕੁਛ ਖਾਂਦਾ ਰਾਤ ਨੂੰ। ਅਸੀਂ ਹੱਸਣਾ। ਉਹ ਜਿਹੜਾ ਫੌਜੀ ਸੀਗਾ ਕਹਿੰਦਾ ਖਾਂਦਾ, ਕਹਿੰਦਾ ਲੱਕੜਾਂ ਚੱਬਦਾ ਹੋਊਗਾ। ਚਲੋ ਚੁੱਪ ਕਰ ਗਏ। ਉਹਨੇ ਦੂਜੀ ਰਾਤ ਫੇਰ ਗੱਲ ਕਰੀ। ਫਿਰ ਜਿਹੜਾ ਪੰਜਾਬ ਪੁਲਿਸ ਵਾਲਾ ਹੌਲਦਾਰ ਸੀ ਨਾ ਸਾਡੇ ਨਾਲ, ਸਾਡਾ ਸੀਨੀਅਰ, ਉਹਨੇ ਫਿਰ ਉਹਨੂੰ ਬੱਚੇ ਨੂੰ ਕਿਹਾ, ਕਹਿੰਦਾ ਤੂੰ ਮੈਨੂੰ ਦੱਸੀ ਰਾਤ ਨੂੰ ਜਦੋਂ ਖਾਊਗਾ। ਉਹ ਜਦੋਂ ਅਸੀਂ ਰਾਤ ਨੂੰ ਸੁੱਤੇ ਪਏ ਸਾਰੇ, ਸੌਣਾ ਤਾਂ ਕਿਹੜਾ ਸੀ, ਦਿਨੇ ਵੀ ਸੌਂਦੇ ਸੀ ਤੇ ਰਾਤ ਨੂੰ ਵੀ ਟਾਈਮ ਵੀ ਆਪਦਾ। ਉਹ ਜਦੋਂ ਚੁੱਪ ਕਰਕੇ ਖਾਣ ਲੱਗਿਆ, ਖਾਂਦਾ ਜਾਂਦਾ, ਉਹਨੇ ਠਾਤਾ ਉਹਨੂੰ, ਕਹਿੰਦਾ ਅੰਕਲ ਕਹਿੰਦਾ ਕੁਛ ਖਾਈ ਜਾਂਦਾ ਹੈ। ਉਹ ਪੁਲਿਸ ਵਾਲਾ ਸੀਗਾ, ਉਹਨੇ ਉਹਦਾ ਜਵਾੜਾ ਫੜ ਲਿਆ, ਉਹ ਹੱਥ ਮੂਹਰੇ ਕਰਿਆ, ਕਹਿੰਦਾ ਥੁੱਕ। ਉਹਦਾ ਆਪਦੇ ਹੱਥ ਦੇ ਉੱਤੇ ਉਹਨੇ ਥਕਾਇਆ ਤੇ ਛੋਲੇ ਨਿਕਲੇ। ਫਿਰ ਉਹ ਪੁਲਿਸ ਵਾਲੇ ਨੂੰ ਕੁੱਟਿਆ। ਫਿਰ ਉਹਦੀ ਤਲਾਸ਼ੀ ਲਈ, ਉਹਦੀ 2 ਜੇਬਾਂ ਦੇ ਵਿੱਚ ਛੋਲੇ। ਫਿਰ ਉਹਨੂੰ ਕਹਿੰਦੇ ਵੀ ਤੈਨੂੰ ਕਿਵੇਂ ਪਤਾ, ਕਹਿੰਦਾ ਮੇਰੇ ਪਿੰਡ ਦਾ ਇੱਕ ਆਇਆ ਸੀ ਪਹਿਲਾਂ, ਉਹਨੇ ਕਿਹਾ ਸੀਗਾ ਵੀ ਤੂੰ ਛੋਲੇ ਲੈ ਕੇ ਜਾਈਂ। ਅਸੀਂ ਆਖਿਆ ਤੂੰ ਕੰਜੇ ਦਾ ਸਾਨੂੰ ਹੀ ਦੱਸ ਦਿੰਦਾ, ਮਾਸਕੋ ਤੋਂ ਅਸੀਂ ਵੀ ਛੋਲੇ ਲੈ ਆਉਂਦੇ, ਸਾਰੇ ਜਣੇ ਹੀ ਖਾ ਲਿਆ ਕਰਦੇ। ਪਰ ਕਈ ਬੰਦਿਆਂ ਦੀ ਨਹੀਂ ਇਵੇਂ ਦਾ ਹੁੰਦਾ ਗਾ। ਉਹਨਾਂ ਨੇ ਜੀ ਸਾਨੂੰ ਬਹੁਤ, ਉਸ ਚੀਜ਼ ਨੇ ਸਾਨੂੰ ਸਾਰਿਆਂ ਦੇ ਦਿਮਾਗ 'ਚੋਂ, ਅਸੀਂ ਉਦੋਂ ਬਾਅਦ 'ਚ ਉੱਥੇ ਜਿੰਨੇ ਜਾਣੇ ਸੀਗੇ ਅਸੀਂ ਪਾਠ ਕਰਨਾ ਹੀ ਛੱਡਤਾ। ਅਸੀਂ ਆਖਿਆ ਯਾਰ ਆਪਾਂ ਇਹ ਤੋਂ ਪਾਠ ਕਰਾਉਂਦੇ ਰਹੇ ਹਾਂ, ਇਹ ਬੰਦਾ ਐਡਾ ਕੋਹੜੀ। ਬਾਅਦ 'ਚ ਚਲੋ ਜੀ ਜਿਵੇਂ ਵੀ ਅਸੀਂ ਉੱਥੋਂ ਕਮਰਿਆਂ ਦੇ ਵਿੱਚ ਹੁੰਦੇ ਹਵਾਏ, ਫਿਰ ਇੱਕ ਕਮਰੇ 'ਚ ਪਹੁੰਚੇ। ਫਿਰ ਇੱਕ ਕਪੂਰਥਲੇ ਦਾ ਮੁੰਡਾ, ਉਹਦੀਆਂ ਉਂਗਲਾਂ ਗਲ ਗਈਆਂ ਬਰਫ਼ ਲੱਗ ਕੇ, ਉਂਗਲਾਂ ਗਲ ਗਈਆਂ। ਜਦੋਂ ਚੱਲਿਆ ਕਰੇ ਉਹ ਪੈਰਾਂ ਦੀਆਂ ਉਂਗਲਾਂ ਬਹੁਤ ਦਰਦ ਕਰਦੀਆਂ। ਉਹ ਵਿਚਾਰਾ ਸਾਨੂੰ ਦੱਸ ਬੈਠਾ, ਕਹਿੰਦਾ ਯਾਰ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਗਾ, ਕਹਿੰਦਾ ਮੈਨੂੰ ਛੱਡ ਜਾਓ। ਸਾਨੂੰ ਉਹ ਬੰਦਾ ਜਿਹੜਾ ਬੈਠਾ ਸੀ ਨਾ ਦਰਖਤ ਦੇ ਨਾਲ ਮਰਿਆ, ਸਾਨੂੰ ਉਹ ਯਾਦ ਆ ਗਿਆ। ਅਸੀਂ ਆਖਿਆ ਕੰਜਰ ਤੋਂ ਮਰੂਗਾ। ਉਸੇ ਪੁਲਿਸ ਵਾਲੇ ਨੇ, ਹੌਲਦਾਰ ਨੇ ਕਿਹਾ, ਕਹਿੰਦਾ ਯਾਰ ਬੰਦਾ ਨਹੀਂ ਛੱਡਣਾ ਗਾ, ਚਾਹੇ ਜੋ ਮਰਜ਼ੀ ਹੋ ਜੇ। ਫਿਰ ਅਸੀਂ ਉਹਦੇ ਲੱਕੜਾਂ ਪਾਈਆਂ ਇੱਥੇ, 2 ਅੱਗੇ ਹੋਇਆ ਕਰੀ 2 ਪਿੱਛੇ। ਉਹਨੂੰ ਕਿਹਾ ਵੀ ਤੂੰ ਲੱਤਾਂ ਨਾਲ ਨਹੀਂ ਚੱਲਣਾ, ਇਹ 'ਤੇ ਵਜਨ ਰੱਖ। 4 ਬੰਦਿਆਂ ਨੂੰ ਕੋਈ ਵਜਨ ਨਹੀਂ ਸੀ ਆਉਂਦਾ। ਅਸੀਂ ਉਹਨੂੰ ਚੱਕ ਕੇ 2 ਦਿਨ ਲਈ ਫਿਰਦੇ ਰਹੇ। 2 ਦਿਨ ਲੈ ਕੇ ਅਸੀਂ ਬਰਾਤੀ ਸਲੋਵਾ ਕਮਰੇ ਦੇ ਵਿੱਚ ਪਹੁੰਚੇ। ਉੱਥੇ ਚਲੋ ਉਹਦੀ ਜੋ ਵੀ ਆਪਣੇ ਪੰਜਾਬੀ ਸੀਗੇ, ਉੱਥੇ ਮਰਮ ਪੱਟੀ ਹੋਈ, ਸਾਰਾ ਕੁਛ ਉਹਦਾ ਜੋ ਵੀ ਇਲਾਜ ਹੋਇਆ ਸਾਡੇ ਨਾਲ। ਉਹ ਫਿਰ ਤੁਰਨ ਜੋਗਾ ਹੋਇਆ। ਉੱਥੇ ਬੂਟ ਵਗੈਰਾ ਇੱਕ ਹੋਰ ਥੋੜ੍ਹੇ ਜਿਹੇ ਈਜ਼ੀਲੀ ਬੂਟ ਸੀਗੇ ਤੇ ਉਹ ਮਿਲੇ ਉਹਨੂੰ, ਅਤੇ ਅਸੀਂ ਜੀ ਆਪਦਾ ਉੱਥੋਂ ਫਿਰ ਚੱਲ ਪਏ। ਫਿਰ ਅਸੀਂ ਬਰਾਤੀ ਸਲੋਵਾ ਤੋਂ ਅਸੀਂ 60-62 ਜਣੇ ਹੋ ਗਏ, ਬੰਦਿਆਂ ਨਾਲ ਬੰਦੇ ਗਾਂ। ਅਸੀਂ ਜਦੋਂ ਕਮਰਿਆਂ 'ਚ ਜਾਇਆ ਕਰੀਏ ਬੋਰਾਂ 'ਤੇ, ਉੱਥੇ ਗਾਲਾਂ ਲਿਖੀਆਂ ਪਈਆਂ ਹੋਇਆ ਕਰਨ ਪੰਜਾਬੀ 'ਚ ਗਿਆ, ਪੰਜਾਬੀ 'ਚ। ਅੱਛਾ। ਫਲਾਣਾ ਏਜੰਟ, ਫਲਾਣਾ ਪਿੰਡ, ਉਹਨੇ ਮੇਰੇ ਨਾਲ ਆਹ ਕਰੀ। ਮੈਂ ਜੇ ਮੈਂ ਪਿੰਡ ਪਹੁੰਚ ਗਿਆ ਤਾਂ ਮੈਂ ਜਾ ਕੇ ਉਹਨੂੰ ਉਹ ਗਾਲਾਂ ਹੀ ਕੱਢਦਾ ਸੀ, ਲਿਖੀਆਂ ਹੁੰਦੀਆਂ ਸੀਗੀਆਂ। ਪਰ ਜੇ ਕੋਈ ਉਹਦੇ ਰਾਹੀਂ ਕੋਈ ਉਹਦਾ ਆਇਆ ਤਾਂ ਉਹਨੂੰ ਦੱਸ ਦਿਓ ਵੀ ਉਹ ਇੱਥੋਂ ਟੱਪ ਗਿਆ, ਵੀ ਹਜੇ ਜਿਉਂਦਾ ਉਹ। ਠੀਕ ਹੈ। ਵੀ ਇਹੋ ਜਿਹੇ ਅਸੀਂ ਵੀ ਉੱਥੇ ਲਿਖ ਕੇ ਆਪਦਾ ਐਡਰੈਸ, ਠੀਕ ਹੈ, ਵੀ ਅਸੀਂ ਸਰਸੇ ਦੇ ਹਾਂ ਅਤੇ ਅਸੀਂ ਵੀ ਇੱਥੋਂ ਕ੍ਰੋਸ ਕਰ ਗਏ ਹਾਂ। ਫਿਰ ਅਸੀਂ ਜਦੋਂ ਉੱਥੋਂ ਅਸੀਂ ਬਰਾਤੀ ਸਲੋਵਾ ਹੋ ਕੇ, ਸਾਨੂੰ ਕਹਿੰਦੇ ਜੀ ਹੁਣ ਪ੍ਰਾਗ ਜਾਣਾ ਹੈ। ਅੱਛਾ। ਵੀ ਪ੍ਰਾਗ ਕਿੱਥੋਂ ਜਾਣਾ? ਜਦੋਂ ਸਾਨੂੰ ਹੌਲੀ ਹੌਲੀ ਕਿਸੇ ਏਜੰਟ, ਪੰਜਾਬੀ ਦਾ ਏਜੰਟ, ਉਹਦੇ ਘਰੇ ਗੱਲਾਂ ਸਾਡੀਆਂ ਹੋਣੋਂ ਹਟ ਗਈਆਂ ਸੀਗੀਆਂ। ਠੀਕ ਹੈ। ਅਸੀਂ ਉੱਥੋਂ ਧੱਕੇ ਖਾ ਕੇ, ਵੀ ਪਿੰਡ 'ਚ ਤਾਂ ਬਹੁਤ ਕੁਛ ਗੱਲਾਂ ਹੁੰਦੀਆਂ। ਉਹ ਤਾਂ ਪਿੰਡ ਵਾਲੇ ਵੀ ਦੱਸਦੇ ਹੀ ਆ ਵੀ ਇੱਕ ਦੂਜੇ ਨੂੰ ਵੀ ਉਹਦਾ ਭੋਗ ਪਵਾ ਦਿਓ, ਹੁਣ ਨਹੀਂ ਪਤਾ ਲੱਗਦਾ ਗਾ ਉਹਦਾ। ਅਸੀਂ ਉੱਥੋਂ ਜਦੋਂ ਹੋ ਚੁੱਕਿਆ ਸੀ ਲਗਭਗ ਮਹੀਨੇ ਦੇ ਨੇੜੇ ਹੋ ਹੀ ਗਿਆ ਸੀ। ਪਿੰਡ 'ਚ ਵੀ ਕਹਿੰਦੇ ਵੀ ਨਿਬੜ ਗਿਆ ਤੇ ਵੀ ਭੋਗ ਪਾ ਨਿਬੜੋ ਕੰਮ। ਹਾਂਜੀ, ਬੜੀ ਇੱਕੋ ਨਾ, ਕਿਉਂਕਿ ਉਹ ਕਹਿੰਦੇ ਸੀ ਵੀ ਪਤਾ ਹੀ ਨਹੀਂ। ਅੱਛਾ।
ਕੋਈ ਕੋਈ ਨਹੀਂ ਸੀ, ਕੁਛ ਨਹੀਂ ਆਇਆ। ਕੋਈ ਗੱਲ ਕੋਈ ਸੁਣਾਉਂਦਾ ਸੀ, ਕੋਈ ਗੱਲ ਕੋਈ ਸੁਣਾਉਂਦਾ ਸੀਗਾ। ਇਹ ਛੋਟਾ ਬਾਈ ਹੈ, ਇਹ ਤੁਹਾਡੇ ਨਾਲ ਗੱਲ ਹੁੰਦੀ ਰਹਿੰਦੀ ਸੀਗੀ? ਹਾਂਜੀ। ਇੱਥੇ ਫਿਰ ਕੀ ਗੱਲਾਂ ਹੁੰਦੀਆਂ? ਬਸ ਇੱਥੇ ਤਾਂ ਇਹ ਸੀ ਨਾ ਵੀ ਜਦੋਂ ਹੁਣ 15-20 ਦਿਨ ਜਦੋਂ ਚਲੇ ਗਏ, ਉਸ ਤੋਂ ਬਾਅਦ ਇਹਦੇ ਨਾਲ ਕੋਈ ਸਾਡਾ ਕਨੈਕਟ ਨਹੀਂ ਹੋਇਆ ਵੀ ਕਿੱਥੇ ਨੇ, ਕਿਉਂਕਿ ਇਹ ਉਦੋਂ ਉਸ ਟਾਈਮ ਦੇ ਵਿੱਚ ਨਾ ਹੀ ਇੱਥੇ ਕੋਈ ਜ਼ਿਆਦਾ ਫੋਨ ਤਾਂ ਉਦੋਂ ਹੁੰਦੇ ਹੀ ਨਹੀਂ ਸੀ। ਲੈਂਡਲਾਈਨ ਹੁੰਦੀ ਸੀ, ਤੇ ਲੈਂਡਲਾਈਨ ਦੇ ਵਿੱਚ ਵੀ ਸਾਡੇ ਇੱਥੇ ਰਾਣੀਆਂ ਇੱਕ ਭਾਈ ਸਾਹਿਬ ਸੀਗੇ, ਉਹ ਸਾਨੂੰ ਪੂਜਾ ਮੈਡੀਕੋਜ਼ ਦੇ ਨਾਮ ਤੋਂ ਸੀਗੇ। ਉਹ ਇੱਥੋਂ ਅਸੀਂ ਦਮਦਮੇ ਉੱਥੇ ਫੋਨ ਕਰਦੇ, ਉਹ ਗਾਂ ਫਿਰ ਇਹਨਾਂ ਨੂੰ ਮਿਲਾਉਂਦੇ, ਅੱਛਾ, ਤਾਂ ਜਾ ਕੇ ਇਹ ਸਾਡੀ ਗੱਲ ਹੁੰਦੀ ਸੀ। ਤੇ ਜਦੋਂ ਇਹ 15-20 ਦਿਨ ਚਲੇ ਗਏ, ਮੰਨ ਲਓ ਟਾਈਮ ਬੀਤ ਗਿਆ, ਤੇ ਉਸ ਤੋਂ ਬਾਅਦ ਫਿਰ ਜਿਹੜੇ ਵੀ ਪਿੰਡ 'ਚ, ਕਿਉਂਕਿ ਇਹ ਹੈ ਘਰੋਂ ਇਕੱਲੇ ਸੀਗੇ, ਮੰਨ ਲਓ ਸਿਸਟਰ ਸੀਗੀਆਂ ਦੂਜੀਆਂ, ਤੇ ਬਾਕੀ ਪਿੰਡ ਵਾਲੇ ਨੇ ਜਾਂ ਹੋਰ ਪਿੰਡ ਵਾਲੇ ਤਾਂ ਘੱਟ, ਦੂਸਰੇ ਜਿਹੜੇ ਆਂਢ ਗੁਆਂਢ ਹੋਰ ਵੀ ਉਹਨਾਂ ਨੂੰ ਮਿਲਦੇ ਸੀ, ਉਹ ਜ਼ਿਆਦਾਤਰ ਉਹਨਾਂ ਨੂੰ ਡੀਮੋਰਲਾਈਜ਼ ਕਰਦੇ ਸੀ ਵੀ ਉਹਨਾਂ ਨੂੰ ਇਹ ਮਿਲਣਾ ਵੀ ਤੁਹਾਡਾ ਇੱਕ ਹੀ ਮੁੰਡਾ ਸੀ, ਤੁਸੀਂ ਉਹਨੂੰ ਭੇਜਤਾ, ਹੁਣ ਉਹਦੇ ਪਤਾ ਨਹੀਂ ਕਿੱਥੇ ਹੈ, ਜਾਂ ਉਹਨੂੰ ਮੈਨੂੰ ਇਹੀ ਕਹੀ ਜਾਣਾ ਵੀ ਹਾਂ ਤੁਸੀਂ ਹੁਣ ਉਹਦਾ ਭੋਗ ਪਾ ਲਓ ਵੀ ਹੁਣ ਤਾਂ ਉਹਨੇ ਵਾਪਸ ਨਹੀਂ ਆਉਣਾ, ਕਿਉਂਕਿ ਇੰਨੇ ਚਿਰ ਹੋ ਗਿਆ 15-20 ਦਿਨ ਤੁਹਾਡਾ ਫੋਨ ਤੇ ਵੀ ਨਹੀਂ ਉਹਨਾਂ ਨਾਲ ਗੱਲ ਹੋਈ। ਤੇ ਐਂ ਕਿਤੇ ਰੂਟੀਨ ਕਰਦਿਆਂ ਜਦੋਂ ਇਹਦਾ ਫੋਨ ਆਇਆ, ਤੇ ਸਾਨੂੰ ਮੈਂ ਤਕਰੀਬਨ 11 ਕੁ ਵਜੇ ਦਾ ਟਾਈਮ ਹੋਣਾ ਰਾਤ ਦਾ, ਮੈਂ ਦੂਸਰੇ ਘਰ ਸੀਗਾ, ਤੇ ਜਦੋਂ ਮੈਂ ਤਾਇਆ ਜੀ ਤੇ ਤਾਈ ਜੀ ਉਹਨਾਂ ਨੂੰ ਮੈਂ ਦੱਸਣ ਗਿਆ ਰਾਤ ਨੂੰ ਹੀ, ਉਸੇ ਟਾਈਮ ਹੀ ਵੀ ਐਂ ਕਰਕੇ ਬਾਈ ਜੀ ਨਾਲ ਮੇਰੀ ਗੱਲ ਹੋ ਗਈ ਹੈ ਤੇ ਉਹ ਠੀਕ ਨੇ, ਤੇ ਹਿਸਾਬ ਲਾ ਲਓ ਵੀ ਸਾਨੂੰ ਇੰਨਾ ਚਾਅ ਚੜਿਆ ਵੀ ਜਿਵੇਂ ਦੀਵਾਲੀ ਹੁੰਦੀ ਹੈ। ਕਿਉਂਕਿ ਉਹ ਕਈ ਦਿਨਾਂ ਦਾ ਕਦੇ ਗੱਲ ਹੀ ਨਹੀਂ ਹੋਈ ਸੀ, ਤੇ ਇਹਨਾਂ ਨੂੰ ਘਰਦਿਆਂ ਨੂੰ ਵੀ ਸਾਨੂੰ ਇਹ ਲੱਗਣ ਲੱਗ ਗਿਆ ਸੀ ਵੀ ਨਹੀਂ ਹੁਣ ਨਹੀਂ ਵੀ ਉਹ ਵਾਪਸ ਆਉਣਾ ਉਹਨੇ। ਤੇ ਉਦੋਂ ਬਾਅਦ ਜਦੋਂ ਇਹਦੇ ਨਾਲ ਗੱਲ ਹੋਈ, ਇਹਨੇ ਗੱਲ ਵੀ ਠਹਿਰੇ ਜਿਹੇ ਨਾਲ ਕੀਤੀ, ਇਹ ਨਹੀਂ ਸੀਗਾ ਵੀ ਕੋਈ ਡਰ ਕੇ ਕੀਤਾ ਸੀ, ਤੇ ਇਹਨੇ ਠਹਿਰੇ ਜਿਹੇ ਨਾਲ ਗੱਲ ਕੀਤੀ ਵੀ ਮੈਂ ਠੀਕ ਹਾਂ, ਤੇ ਜਿਹੜਾ ਮੇਰੇ ਉੱਤੇ ਜਿਹੜਾ ਕੋਈ ਕਸ਼ਟ ਸੀ ਜਾਂ ਕਹਿ ਲਓ ਮੇਰਾ ਟਾਈਮ ਪੀਰੀਅਡ ਮਾੜਾ ਸੀ, ਉਹ ਮੇਰਾ ਬੀਤ ਗਿਆ, ਹੁਣ ਅਸੀਂ ਇੱਥੇ ਠੀਕ ਹਾਂ। ਤੇ ਹੁਣ ਸਾਨੂੰ ਉਦੋਂ ਗਾਂ ਫੇਰ ਇਹਨਾਂ ਨੇ ਮੰਨ ਲਓ ਜਿਵੇਂ ਕਹਿ ਲਓ ਡੌਂਕੀ ਵਰਡ ਇਹਨਾਂ ਨੇ ਉਦੋਂ, ਅਸੀਂ ਮੈਂ ਵੀ ਇਹਦੇ ਤੋਂ ਹੀ ਸੁਣਿਆ ਸੀ ਬਾਈ ਜੀ ਤੋਂ ਹੀ ਵੀ ਡੌਂਕੀ, ਉਦੋਂ ਕਹਿੰਦੀ ਸਾਡੀ ਹੁਣ ਡੌਂਕੀ ਲਾਸਟ ਲੱਗੂਗੀ, ਇਹ ਡੌਂਕੀ ਸਾਨੂੰ ਮੰਨ ਲਓ ਪਹੁੰਚਾ ਦੂਗੀ ਅਗਲੀ ਸਾਈਡ। ਤੇ ਉਦੋਂ ਬਾਅਦ ਫਿਰ ਸਾਡੇ 'ਚ ਕਹਿ ਲਓ ਸਾਰਿਆਂ 'ਚ ਹੀ ਬੂਸਟ ਹੋ ਗਿਆ ਸੀ ਵੀ ਹੁਣ ਬੰਦਾ ਪਹੁੰਚ ਗਿਆ ਸਾਡਾ ਉਹਦੇ ਨੇੜੇ। ਤੇ ਫਿਰ ਜਿਹੜਾ ਉਦੋਂ ਅੱਗੇ ਦਾ ਸਫ਼ਰ ਸੀ ਯੂਕਰੇਨ ਵਾਲੀ, ਜਿਵੇਂ ਤੁਸੀਂ ਇੱਕ ਦੋ ਗੱਲਾਂ ਹੋਰ ਦੱਸ ਰਹੇ ਸੀਗੇ, ਉਹ ਇਸ ਤੋਂ ਪਿਛਲੇ ਸਫ਼ਰ ਦੀਆਂ ਸੀਗੇ ਜਿਵੇਂ ਪਹਿਲਾਂ ਆਪਾਂ ਬੈਠੇ ਗੱਲ ਕਰ ਰਹੇ ਸੀ, ਉਹ ਜਿੱਦਾਂ ਫੌਜੀ ਨੇ ਬਰਡਿੰਗ ਸਮਝਾਈ? ਹਾਂਜੀ, ਉਹ ਫੌਜੀ ਸੀ ਵਿਚਾਰਾ, ਉੱਥੇ ਨਾ ਬੈਠੇ ਭੁੱਖੇ, ਤੇ ਉਹਨਾਂ ਨੂੰ ਕਹਿੰਦੇ ਵੀ ਦੂਜਾ ਸਾਰੇ ਆਪਸ ਦੇ ਵਿੱਚ ਆਪਾਂ ਪੰਜਾਬੀਆਂ ਵਾਂਗੂ ਵੀ ਕਹਿੰਦੇ ਵੀ ਐਗ, ਅੱਛਾ, ਵੀ ਉਹਨੂੰ ਕਹਿੰਦੇ ਰਸ਼ੀਅਨ ਨੂੰ ਵੀ ਐਗ ਲਿਆ ਕੇ ਦੇ, $5 ਦਿੱਤੇ। ਪਹਿਲੀ ਤਾਂ ਗੱਲ ਇੱਕ ਇਹ ਹੈ, ਐਡਾ ਮਾੜਾ ਟਾਈਮ ਆਇਆ ਸੀ, ਆਪਣੇ ਕਈ ਬੰਦਿਆਂ ਨੇ ਪਿੱਤਲ ਦੀਆਂ ਨਥੂਰਾਂ ਤੋਂ ਨਹੀਂ ਛਾਪਾਂ ਪਾਈਆਂ ਹੁੰਦੀਆਂ ਸੀ, ਤੇ ਜਿਹੜੇ ਰਸ਼ੀਅਨ ਮਾਫੀਆ ਇਹਨਾਂ ਨੂੰ ਇਹ ਹੈ ਵੀ ਇੰਡੀਅਨਾਂ ਕੋਲੇ ਗੋਲਡ ਬਹੁਤ ਹੈ, ਅੱਛਾ, ਜਿਹਦੀ ਲੈਂਦੀ ਸੀ ਨਾ ਹੁੰਦੀ, ਵੀ ਬੰਦਾ ਕਹਿੰਦਾ ਸੀ ਮੇਰੀਆਂ ਨਥੂਰਾਂ ਵੱਡੀਆਂ ਹੋ ਗਈਆਂ, ਮੇਰੀ ਛਾਪ ਨਹੀਂ ਲੈਂਦੀ, ਤੇ ਉਹ ਮਾਫੀਆ ਵਾਲੇ ਬਾਈ ਜੀ ਛਿੱਲ ਕੇ ਲਾ ਦਿੰਦੇ ਸੀ। ਠੀਕ ਹੈ, ਵੀ ਉਹਨਾਂ ਨੂੰ ਇਹ ਹੁੰਦਾ ਸੀਗਾ ਵੀ ਸੋਨਾ ਹੀ ਹੈ ਇਹ। ਉਹ ਬਾਅਦ 'ਚ ਜਦੋਂ ਉੱਥੇ ਮਾਫੀਆ ਵਾਲਿਆਂ ਨੂੰ, ਉਹ ਤਾਂ ਚਲੋ ਨਹੀਂ, ਉਹ ਬਾਅਦ 'ਚ ਲੋਕਲ ਬੰਦੇ ਨੂੰ ਜਦੋਂ ਕਿਹਾ ਵੀ ਸਾਨੂੰ ਐਗ ਲਿਆ ਕੇ ਦੇ, ਉਹ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਆਲੂ ਲਿਆ ਕੇ ਦਿੱਤੇ। ਆਲੂ ਵੱਧ ਖਾਂਦੇ ਹੋ? ਹਾਂਜੀ, ਆਲੂ ਬਹੁਤ ਖਾਂਦੇ ਆ ਉਹ। ਉਹਨਾਂ ਨੇ ਸਾਨੂੰ ਜਦੋਂ ਆਲੂ ਲਿਆ ਕੇ ਦਿੱਤੇ, ਅਸੀਂ ਜੀ ਆਲੂਆਂ ਦੇ ਉਸ ਹਿਸਾਬ ਨਾਲ ਆਪਦਾ ਵੀ ਚਲੋ ਵੀ ਜਿਵੇਂ ਦਾ ਵੀ ਟਾਈਮ ਸੀਗਾ, ਅਸੀਂ ਚੁੱਪ ਜੇ ਕਰਕੇ, ਤੇ ਫਿਰ ਕਹਿੰਦੇ ਵੀ ਇਹ ਤਾਂ ਨਹੀਂ। ਫਿਰ ਉਹਨੂੰ ਦੁਬਾਰਾ ਸਮਝਾਇਆ, ਫਿਰ ਉਹਨਾਂ ਨੇ ਇੱਕ ਬ੍ਰੈਡ, ਤੇ ਬ੍ਰੈਡ ਦੇ ਵਿੱਚ ਮੀਟ ਦੇ ਟੁਕੜੇ ਹੁੰਦੇ ਸੀ, ਅੱਛਾ, ਉਹਨਾਂ ਨੇ ਐਡੇ ਸਮਝ ਕੇ ਉਹਨਾਂ ਨੇ ਸਾਨੂੰ $5 ਦੇ ਉਹ ਲਿਆਤੇ। ਫਿਰ ਨਹੀਂ, ਫਿਰ ਕਰਦਿਆਂ ਕਰਾਉਂਦਾ ਜਿਹੜਾ ਸਾਡੇ ਨਾਲ ਫੌਜੀ ਸੀ ਨਾ ਦੋ, ਇੱਕ ਸ਼੍ਰੀਲੰਕਾ 'ਚ ਰਹਿ ਕੇ ਆਇਆ ਸੀ, ਲਿੱਟੇ ਵਾਲੇ, ਜਦੋਂ ਲਿੱਟੇ ਹੁੰਦੇ ਸੀ ਨਾ ਇੱਥੇ ਕਿਤੇ ਸ਼੍ਰੀਲੰਕਾ ਤਾਮਿਲ 'ਚ, ਉਸ ਟਾਈਮ 'ਚ ਉਹ ਕਹਿੰਦਾ ਮੈਂ ਸਮਝਾਵਾਂ। ਫਿਰ ਉਹਨੇ ਉਹਨੂੰ ਸਮਝਾਇਆ ਰਸ਼ੀਅਨ ਨੂੰ, ਕਹਿੰਦਾ ਵੀ ਉਹਨੇ ਵੇਖਿਆ, ਕਹਿੰਦਾ ਕੋਕੋ 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 ਕੋਕੋ। ਅਸੀਂ ਆਖਿਆ ਇਹ ਕੀ? ਕਹਿੰਦਾ ਫਿਰ ਫੌਜੀ ਨੇ ਕਿਹਾ, ਕਹਿੰਦਾ ਕੁੜੀ ਕਿਤੋਂ ਦੀ ਹੋਈ? ਕਹਿੰਦਾ ਕੋਕੋ ਦਾ ਜ਼ਰੂਰ ਕਰੂਗੀ, ਕਹਿੰਦਾ ਹਾਂ। ਉਹ ਗਏ, ਉਹਨਾਂ ਨੇ ਸਾਨੂੰ $5 ਦੇ ਐਡੇ 2 ਆਂਡਿਆਂ ਦੀਆਂ ਟਰੇਆਂ ਲਿਆਤੀਆਂ, ਉਬਲਿਆਂ ਬਲਾਇਆਂ ਦੀਆਂ। ਸਾਰਿਆਂ ਬੰਦਿਆਂ ਨੂੰ ਚਾਅ ਚੜ ਗਿਆ, ਸਾਰੇ ਫੌਜੀ ਜਿੰਦਾਬਾਦ, ਫੌਜੀ ਕੋਕੋ ਕੋਕੋ ਹੋ ਗਈ, ਕੋਕੋ ਕੋਕੋ। ਵੀ ਟਾਈਮ ਇਹ ਨਹੀਂ ਸੀ, ਕਿਉਂਕਿ ਬਾਈ ਜੀ ਜੇ ਉੱਥੇ ਨੈਗੇਟਿਵਿਟੀ 'ਚ ਰਹਿੰਦੇ ਨਾ ਤਾਂ ਸਾਰੇ ਮਰੇ ਸੀ। ਇੱਕ ਦੂਜੇ ਨੂੰ ਵੇਖ ਕੇ, ਇੱਕ ਦੂਜੇ ਦੇ ਹੌਸਲੇ ਦੇ ਨਾਲ, ਜੇ ਕੋਈ ਬੰਦਾ ਡਿੱਗਦਾ ਸੀ ਨਾ ਉਹਨੂੰ ਚੱਕਦੇ ਸੀ। ਇਹ ਨਹੀਂ ਸੀ ਕਹਿੰਦੇ ਕਿ ਵੀ ਯਾਰ ਇਹ ਡਿੱਗਿਆ ਪਿਆ ਤਾਂ ਵੀ ਇਹਨੂੰ ਛੱਡ ਚੱਲੀਏ। ਜੇ ਠੰਡ ਲੱਗਦੀ ਹੈ ਕਿਸੇ ਬੰਦੇ ਨੂੰ, ਮੇਰੇ ਨਾਲੋਂ ਵੀ ਇੱਕ ਬੰਦਾ ਮੇਰੇ ਥੱਲੇ ਲੋਅਰ ਪਾਈ ਸੀ, 2 ਪੈਂਟਾਂ ਪਾਈਆਂ ਸੀ, ਇੱਕ ਬੰਦਾ ਠੰਡ ਜ਼ਿਆਦਾ ਮਨਾਉਂਦਾ ਸੀ, ਮੈਂ ਆਪਦੀ ਇੱਕ ਪੈਂਟ ਲਾ ਕੇ ਉਹਨੂੰ ਦਿੱਤੀ। ਮੈਂ ਕਿਹਾ ਯਾਰ ਬੰਦੇ ਨੂੰ
ਪਤਾ ਨਹੀਂ, ਇਹ ਨਹੀਂ ਸੀ ਹੁੰਦਾ ਗਾ ਵੀ ਕੋਈ ਆਪਾਂ ਦੁਨੀਆ ਦਾ ਵੀ ਆਪਾਂ ਦਿਆਲੂ ਹੈ। ਉਹ ਇਹ ਹੁੰਦਾ ਸੀ ਡਰ ਵੀ ਯਾਰ ਸ਼ਾਇਦ ਮੈਂ ਤਾਂ ਭਲਾ ਕਰਦਾ ਮੇਰਾ ਚੰਗਾ ਹੋ ਜੀ। ਅਸੀਂ ਉਹ ਇਹੋ ਜਿਹੇ ਵੀ ਕਹਾਣੀਆਂ ਬਹੁਤ ਹੋਈਆਂ। ਫਿਰ ਅਸੀਂ ਜਦੋਂ ਪ੍ਰਾਗ ਨੂੰ ਜਾ ਰਹੇ ਸੀ, ਪ੍ਰਾਗ ਉੱਥੇ ਕਮਰੇ ਦੇ ਵਿੱਚ ਅਸੀਂ ਪਹੁੰਚ ਗਏ। ਸਾਨੂੰ ਜਾਂਦਿਆਂ ਨੂੰ ਜੀ ਉੱਥੇ ਹਾਂਜੀ ਕਿੰਨੇ ਪਹਿਲਾਂ ਗੱਡੀਆਂ ਦੇ ਵਿੱਚ ਪਾ ਕੇ ਪਹਿਲਾਂ ਤਾਂ ਕਮਰੇ ਦੇ ਵਿੱਚੋਂ ਜਦੋਂ ਕੱਢਦੇ ਸੀ ਨਾ 4 ਜਣੇ ਲਿਜਾਂਦੇ ਸੀ। ਅੱਜ ਚਾਰਾਂ ਨੂੰ ਦੂਜੀ ਗੱਡੀ ਤੇ 4 ਨੂੰ ਦੂਜੀ ਗੱਡੀ। ਸ਼ਹਿਰ 'ਚ ਵੜਨਾ ਸੀ, ਪ੍ਰਾਗ ਸ਼ਹਿਰ ਚੈਕੋ ਰਿਪਬਲਿਕ ਦਾ। ਅਸੀਂ ਜੀ ਚੁੱਪ ਕਰਕੇ ਤੇ ਆਦਾ ਜੀ 4 ਜਣੇ ਕਰਕੇ ਮੇਰੇ ਮਨ 'ਚ ਆਈ, ਮੈਂ ਕਿਹਾ ਯਾਰ ਭੈਣ 4 ਦੇ ਹਿਸਾਬ ਨਾਲ ਵਾਰੀ ਕਦੋਂ ਆਈ। ਮੈਂ ਗੇਟ ਦੇ ਨੇੜੇ ਹੋ ਗਿਆ। ਮੈਂ ਕਿਹਾ ਜੀ ਚਲੋ ਕੁੱਟ ਦਾ ਬਾਈ ਜੀ ਖਾਂਦੇ ਹੀ ਰਹੇ ਸੀ ਰਾਹ 'ਚ। ਇਸ ਗੱਲ ਦੇ ਵਿੱਚੋਂ ਕੋਈ ਆਨੀ ਨਹੀਂ ਸੀ ਜਾਂ ਕੋਈ ਬੰਦਾ ਕਹਿ ਦੇ ਵੀ ਮੇਰੇ ਨਹੀਂ ਪਈਆਂ। ਆਮ ਸਾਰਿਆਂ ਦੀ ਪਈਆਂ। ਜੇ ਕਸੂਰ ਮੇਰਾ ਸੀ ਨਾ ਤੇ ਦੂਜਿਆਂ ਦੇ ਨਾਲਦਿਆਂ ਦੇ ਵੀ ਪਈਆਂ। ਅਸੀਂ ਜੀ ਚਲੋ ਮੈਂ ਭੱਜ ਕੇ ਗੱਡੀ ਕਿੰਨੀ ਨੂੰ ਹੋਣ ਲੱਗਿਆ ਤੇ ਮੈਨੂੰ ਮਾਫੀ ਵਾਲੇ ਨੇ ਫੜਿਆ ਕਾਲਰ ਤੋਂ ਤੇ ਬੈਲਟ ਤੋਂ। 4 ਤਾਂ ਉਹਦੇ ਵਿੱਚ ਬਹਿ ਹੀ ਗਏ ਸੀ ਗੱਡੀ, 3 ਪਿੱਛੇ ਤੇ 1 ਅੱਗੇ। ਉਹਨੇ ਕੀ ਕਰਿਆ, ਡਿੱਗੀ ਚੱਕੀ ਮਾਫੀ ਵਾਲੇ ਨੇ ਚੱਕ ਕੇ ਤੇ ਮੈਨੂੰ ਡਿੱਗੀ ਦੇ ਵਿੱਚ ਮਾਰ ਕੇ ਉੱਤੋਂ ਪੈਰ ਨਾਲ ਹੀ ਬੰਦ ਕੀਤੀ। ਅੱਛਾ। ਆਪਾਂ ਚੁੱਪ ਕਰਕੇ ਬਹਿ ਗਏ। ਮੈਂ ਉੱਥੇ ਪਹੁੰਚ ਗਿਆ। ਜਿਹੜੇ ਮੇਰੇ ਨਾਲ ਦੇ ਬਚੇ ਉਹ 5 ਦਿਨਾਂ ਬਾਅਦ ਵਾਪਸ ਆਏ। ਉਹ ਜਿਹੜੇ ਡੌਂਕਰ ਸੀ ਬੰਦੇ ਨੂੰ ਡੌਂਕਰ ਹੀ ਕਹਿੰਦੇ ਸੀ ਇਹਨਾਂ ਨੂੰ ਮਾਫੀ ਵਾਲਿਆਂ ਨੂੰ। ਉਹ ਡੌਂਕਰ ਕਿਸੇ ਵਜ੍ਹਾ ਨਾਲ ਜਾਂ ਕਿਵੇਂ ਵੀ ਉਹ ਪਹੁੰਚੇ ਨਾ 5 ਦਿਨ ਉੱਥੇ ਭੁੱਖੇ ਪਿਆਸੇ ਬੈਠੇ ਰਹੇ। ਮੇਰੇ ਮਨ 'ਚ ਇੱਕ ਹੀ ਹੈ ਕਿ ਮੈਂ ਕੁੱਟ ਤਾਂ ਖਾਧੀ, ਆਪਾਂ 5 ਦਿਨ ਪਹਿਲਾਂ ਤਾਂ ਆ ਗਏ। ਉੱਥੇ ਫਿਰ ਜਦੋਂ ਅਸੀਂ ਕਮਰੇ ਦੇ ਵਿੱਚ 62 ਜਣੇ ਆਟਾ ਗੁੰਨਿਆ, ਰੋਟੀਆਂ ਪੱਕੀਆਂ 65। ਅੱਛਾ। 62 ਜਣੇ ਰੋਟੀਆਂ 65 ਪੱਕੀਆਂ। ਇੱਕ ਪਲੇਟ ਦੇ ਵਿੱਚ ਅਸੀਂ ਉਹ ਕਿਸੇ ਨੇ ਧੋਣੀ ਨਹੀਂ, 1 ਕੜਛੀ ਦਾਲ ਦੀ ਤੇ 1 ਰੋਟੀ ਖਾ ਕੇ ਤੇ ਆਦਾ ਦੂਜਾ ਉੱਠ ਜਾਂਦਾ ਸੀ। ਜਿਹੜੀਆਂ 3 ਬਚੀਆਂ ਬਾਅਦ 'ਚ ਉਹਨਾਂ ਨੇ ਫਿਰ ਆਵਾਜ਼ ਮਾਰੀ, ਕਹਿੰਦੇ ਵੀ ਆਹ 3 ਬਚੀਆਂ ਜਿਹਨੇ ਬੁਰਕੀ ਖਾਣੀ ਹੈ ਖਾ ਲਓ। ਉੱਥੇ ਹਰ ਬੰਦਾ, ਪਰ ਮਾੜੇ ਵੀ ਬਹੁਤ ਮਿਲਦੇ ਰਹੇ। ਫਿਰ ਜਦੋਂ ਅਸੀਂ ਉੱਥੇ ਰੋਟੀਆਂ ਦੇ ਹਿਸਾਬ ਵੀ ਐਵੇਂ ਹੋ ਗਿਆ ਟਾਈਮ, ਜਿਵੇਂ ਵੀ ਕਈ ਵਾਰੀ ਇਹੋ ਜਿਹਾ ਵੀ ਹੁੰਦਾ ਸੀ ਕੋਈ ਚੀਜ਼ ਬੰਦਾ ਲੈਣ ਜਾਂਦਾ ਸੀ ਤਾਂ ਉਤੋਂ ਪੁਲਿਸ ਵਾਲੇ ਜਾਂ ਮਾਫੀਆ ਵਾਲੇ ਉੱਥੋਂ ਸਮਾਨ ਖੋਹ ਲੈਂਦੇ ਸੀ। ਜਿਵੇਂ ਆਪਣੇ ਨਹੀਂ ਇੱਥੇ ਲੋਕ ਕਈ ਭੁੱਖੇ ਨੰਗੇ ਹੁੰਦੇ ਆ ਤੇ ਵੀ ਉਵੇਂ ਉੱਥੇ ਵੀ ਹੈਗੇ। ਉਹ ਬੰਦਾ ਖਾਲੀ ਹੱਥ ਵਾਪਸ ਆ ਜਾਂਦਾ ਸੀ। ਅਸੀਂ ਆਪਦਾ ਚੁੱਪ ਕਰਕੇ ਤੇ ਜਦੋਂ ਜਿਵੇਂ ਦਾ ਵੀ ਹੋਣਾ ਟਾਈਮ ਉਵੇਂ ਅਸੀਂ ਆਪਦਾ ਕੱਢਦੇ ਰਹੇ। ਪਰ ਕੱਢਦੇ ਇਸ ਕਰਕੇ ਰਹੇ ਵੀ ਕਿਤੇ ਤਾਂ ਦਿਨ ਬਦਲਣਗੇ। ਅਸੀਂ ਉੱਥੇ ਜਦੋਂ ਕਮਰੇ ਦੇ ਵਿੱਚ ਉੱਥੇ ਬੈਠੇ ਰਹੇ 3 ਰਾਤਾਂ। ਰਾਤ ਨੂੰ ਪੈ ਜਾਣਾ, ਜਦੋਂ ਸੌਣਾ ਕਿਹੜੀਆਂ ਰਜਾਈਆਂ ਸੀ, ਕਮਰਿਆਂ ਦੇ ਪਰਦੇ ਨਹੀਂ ਹੁੰਦੇ ਗੇ, ਉਹ ਲਾ ਲੈਣੇ, ਲਾ ਕੇ ਸਾਰਿਆਂ ਨੂੰ ਉੱਤੇ ਲੈ ਲੈਣੇ। ਜਦੋਂ ਦਿਨ ਚੜ੍ਹਨਾ ਉਹ ਪਰਦੇ ਫਿਰ ਟੰਗਦੇ ਨੇ ਵੀ ਆਸੇ ਪਾਸੇ ਬਿਲਡਿੰਗ ਵਾਲਿਆਂ ਨੂੰ ਵੀ ਕੋਈ ਦਿਸੇ ਨਾ। ਟਾਈਮ ਇਹੋ ਜਿਹਾ ਵੀ ਆਉਂਦਾ ਰਿਹਾ ਜਦੋਂ ਕਿਸੇ ਨੇ ਫਲੱਸ਼ ਜਾਣਾ 5 7 ਜਣੇ ਇੱਕ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਸੀ ਵੀ ਇਕੱਠੀ ਫਲੱਸ਼ ਨਹੀਂ ਛੱਡਣੀ ਗੀ। ਥੱਲੇ ਵਾਲਾ ਜਾਂ ਉੱਤੇ ਵਾਲਾ ਬਿਲਡਿੰਗ ਵਾਲਾ ਪਾਣੀ ਦੀ ਆਵਾਜ਼ ਸੁਣ ਕੇ ਸ਼ਿਕਾਇਤ ਨਾ ਕਰਦੇ ਵੀ ਇੰਨੀ ਫਲੱਸ਼ ਹੋ ਰਹੀ ਹੈ ਵੀ ਕੀ ਚੱਕਰ ਹੈ, ਪਰ ਫਸੇ ਸੀ। ਫਿਰ ਅਸੀਂ ਉੱਥੋਂ ਜਿਉਂ ਮਾਸਕੋ ਤੋਂ ਸਾਨੂੰ ਫੋਨ ਆ ਗਿਆ, ਕਹਿੰਦੇ ਵੀ 4 ਬੰਦੇ ਆ ਜਾਓ, ਜਰਮਨ ਦੀ ਡੌਂਕੀ ਲੱਗਣ ਲੱਗੀ ਹੈ। ਠੀਕ ਹੈ। ਲਾਸਟ ਉਦੋਂ ਐਂ ਲੱਗੇ ਵੀ ਅਸੀਂ ਯੂਰਪ 'ਚ ਵੀ ਪਹੁੰਚ ਗਏ। ਜਦੋਂ ਅਸੀਂ ਉੱਥੋਂ ਉਹਦੇ ਆਪਦਾ ਪਹੁੰਚੇ, ਸਾਨੂੰ 4 ਜਣਿਆਂ ਦੇ ਵਿੱਚੋਂ ਮੈਨੂੰ ਕੱਢਤਾ ਇੱਕ ਉਹਨਾਂ ਨੇ ਇਕੱਠੇ। ਉੱਥੇ ਇਹ ਤਾਂ ਹੁੰਦਾ ਨਹੀਂ ਸੀ ਕੋਈ, ਹਰ ਬੰਦੇ ਡਰ ਹੁੰਦਾ ਸੀ ਯਾਰ ਤੂੰ ਜਾ। ਉੱਥੇ ਜਾ ਕੇ ਨਾ ਦੌੜ ਖਤਮ ਹੋ ਗਈ ਸਾਰਿਆਂ ਦੀ। ਮੈਂ ਜੀ ਉਹਨਾਂ 4 ਦੇ ਨਾਲ ਅਸੀਂ ਜਾਂਦੇ ਰਹੇ, 3 ਜਣੇ ਹੋਰ, ਚੌਥਾ ਮੈਂ। ਸਾਨੂੰ ਪ੍ਰਾਗ ਦੇ ਕੈਮਰਿਸਟ ਸ਼ਹਿਰ ਦੇ ਲਾਗੇ ਜਦੋਂ ਜਰਮਨ ਦੇ ਵਿੱਚ ਐਂਟਰ ਕਰਨ ਲੱਗੇ, ਅਸੀਂ ਬਾਰਡਰ 'ਤੇ ਫੜੇ ਗਏ। ਪਹਿਲਾਂ ਤਾਂ ਕਮਰੇ ਦੇ ਵਿੱਚ ਬੈਠੇ, 1 ਪਲੇਟ ਚੌਲਾਂ ਦੀ, ਉਹਦੇ ਚੌਲ ਬਣੇ ਸੀ ਅਤੇ ਕੜਛੀ ਦਾਲ ਦੀ। ਮੈਂ 2 ਚਮਚੇ ਖਾਧੇ। ਕਹਿੰਦੇ ਨੇ ਵੀ ਦਾਣੇ ਦਾਣੇ 'ਤੇ ਮੋਹਰ ਹੈ, ਵਾਕਈ ਬਈ ਦਾਣੇ ਦਾਣੇ 'ਤੇ ਮੋਹਰ ਹੈ। ਉਹ ਜਿਹੜੇ 2 ਚਮਚੇ ਖਾਧੇ, ਮੇਰੇ ਕੋਲੋਂ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਜਾਣਾ, ਮੇਰੇ ਤੋਂ ਇੱਕ ਅੰਕਲ ਸੀਗਾ ਵਾਹ ਵੱਡੀ ਉਮਰ ਦਾ, ਉਹਦੇ ਕੋਲੋਂ ਉਹਨੇ ਮੇਰੇ ਤੋਂ ਪਲੇਟ ਫੜ ਕੇ ਮੈਨੂੰ ਕਹਿੰਦਾ ਤੇਰੀ ਡੌਂਕੀ ਲੱਗਣ ਲੱਗੀ ਆ, ਤੈਨੂੰ ਚੌਲਾਂ ਦੀ ਪਈ ਹੈ। ਉਹਨੇ ਪਲੇਟ ਫੜ ਕੇ ਸਿੱਟਣ ਲੱਗਾ, ਮੈਂ ਸਿੱਟੀ ਨਾ, ਮੈਂ ਫੜ ਕੇ ਪਲੇਟ ਅਲਮਾਰੀ ਦੇ ਉੱਤੇ ਰੱਖਤੀ। ਅਸੀਂ ਜਾਂਦੇ ਰਹੇ। 1 ਰਾਤ ਤਾਂ ਸਾਨੂੰ ਉਹਦੇ ਦਾ ਲੈ ਕੇ ਗਏ ਸ਼ਾਮ ਨੂੰ। ਉਹ ਸਾਰੀ ਰਾਤ ਸਾਨੂੰ ਉਹਨਾਂ ਨੇ
ਉਹਦੇ ਟ੍ਰੇਨ 'ਤੇ ਲੈ ਗਏ, ਜਿੱਥੇ ਟ੍ਰੇਨ ਦਾ ਲਾਸਟ ਸਟਾਪ ਹੁੰਦਾ, ਜਿਹੜੀ ਜਰਮਨ 'ਚ ਇੰਟਰ ਹੋਣੀਆਂ ਸੀ ਟ੍ਰੇਨਾਂ। ਠੀਕ ਹੈ। ਉਹ ਟ੍ਰੇਨਾਂ ਥੱਲੇ ਜਿੱਥੇ ਡੱਬੇ ਮੁੜਦੇ ਨਹੀਂ ਆਪਸ ਦੇ ਵਿੱਚ, ਸਾਨੂੰ ਉੱਥੇ ਖਿਲਾਰ ਕੇ ਅਤੇ ਉਹਨਾਂ ਨੇ ਨਾਟਕ ਹੱਸਤੇ। ਅੱਛਾ। ਇਹੀ ਲੱਗੀ ਜਾਵੇ ਵੀ ਕਿਤੇ ਯਾਰ ਪੈਰ ਨਾ ਤਿਲਕ ਜੇ, ਭਾਵੇਂ ਪੈਰ ਵੱਢਿਆ ਜਾਊਗਾ, ਕੁਛ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਪਰ ਉਹ ਖੜ੍ਹੇ ਰਹੇ ਸਾਰੀ ਦਿਹਾੜੀ, ਉਹਨੇ ਡੱਬੇ ਦੇ ਵਿੱਚ ਹੀ ਖੜ੍ਹੇ ਰਹੇ, ਉੱਥੇ ਹੀ ਬੈਠੇ ਰਹੇ। ਐਂ ਹੀ ਲੱਗੀ ਜਾਵੇ ਵੀ ਹੁਣ ਟ੍ਰੇਨ ਚੱਲੀ, ਹੁਣ ਟ੍ਰੇਨ ਚੱਲੀ, ਪਰ ਉਹ ਟ੍ਰੇਨ ਚੱਲੀ ਨਹੀਂ। ਸਾਨੂੰ ਰਾਤ ਨੂੰ ਉਹਨਾਂ ਨੇ ਦੁਬਾਰਾ ਨਾਟਕ ਖੋਲ੍ਹ ਕੇ ਸਾਨੂੰ ਬਾਹਰ ਕੱਢ ਲਿਆ। ਅੱਛਾ। ਅਤੇ ਸਾਨੂੰ ਪ੍ਰਾਗ ਰੇਲਵੇ ਸਟੇਸ਼ਨ 'ਤੇ ਪੰਜਾਬੀ ਮਿਲ ਗਿਆ, ਜਿਹੜਾ ਸਾਡਾ ਏਜੰਟ ਸੀ ਉੱਥੋਂ ਦਾ। ਅੱਛਾ। ਅਸੀਂ ਆਖਿਆ ਬਾਈ ਯਾਰ ਭਾਅ ਜੀ ਕੀ ਗੱਲ ਹੋ ਗਈ? ਕਹਿੰਦਾ ਹੋਣਾ ਕੀ ਆ, ਉਹ ਡਰਾਈਵਰ ਨਹੀਂ ਮੰਨਿਆ। ਉਹ ਕਹਿੰਦਾ ਮੈਂ ਰਿਸਕ ਨਹੀਂ ਲੈਂਦਾ। ਸਾਰੀ ਦਿਹਾੜੀ ਸਾਨੂੰ ਟ੍ਰੇਨ ਦੇ ਵਿੱਚ ਖਿਲਾਰੀ ਰੱਖਿਆ, ਬੈਠੇ ਰਹੇ ਜਿਵੇਂ ਵੀ ਸਾਡਾ ਟਾਈਮ ਟੱਪਿਆ। ਪਰ ਅਸੀਂ ਤੰਗ ਵੀ, ਚਲੋ ਉਦੋਂ ਇਹ ਸੀਗਾ ਵੀ ਅਸੀਂ ਪਹੁੰਚ ਜਾਣਾ। ਅਸੀਂ ਆਪਦਾ ਉੱਥੋਂ ਜਦੋਂ ਉਹਦੇ ਵਿੱਚੋਂ ਵਾਪਸ ਆ ਗਏ ਕਮਰੇ ਦੇ ਵਿੱਚ, ਉਹਨੇ ਸਾਨੂੰ ਵਾਪਸ ਕਰਤਾ। ਅਸੀਂ ਤੁਰੇ ਆ ਰਹੇ ਹਾਂ ਬਾਰਡਰ 'ਤੇ, ਸਾਨੂੰ ਪੁਲਿਸ ਵਾਲੇ ਨੇ ਫੜ ਲਿਆ। ਕਿਉਂਕਿ ਜਿਵੇਂ ਆਪਣੇ ਹੁਣ ਕੋਈ ਇੱਥੇ ਬੰਦਾ ਪਾਸੇ ਵਾਲਾ ਆ ਜਾਏ, ਆਪਣੀ ਪਛਾਣ ਤਾਂ ਆ ਹੀ ਜਾਂਦਾ ਵੀ ਆਪਣੇ ਏਰੀਏ ਦਾ ਬੰਦਾ ਹੈ ਨਹੀਂ, ਰਲਦਾ ਹੀ ਨਹੀਂ। ਉਵੇਂ ਅਸੀਂ ਵੀ ਪਛਾਣੇ ਗਏ। ਕੁਛ 1 ਮਹੀਨਾ 15-16 ਦਿਨਾਂ ਦੇ ਨਾਤੇ ਵੀ ਸਾਨੂੰ ਉਹਨਾਂ ਨੇ ਫੜ ਲਿਆ। ਸਾਨੂੰ ਫੜ ਕੇ ਕਹਿੰਦੇ ਹਾਂਜੀ, ਨਾ ਬੋਲੀ ਨਾ ਕੁਛ। ਉਦੋਂ ਇਹੋ ਜਿਹਾ ਤਾਂ ਪਤਾ ਲੱਗ ਹੀ ਗਿਆ ਸੀਗਾ ਵੀ ਆਪਾਂ ਕੋਈ ਦੱਸਣਾ ਹੀ ਨਹੀਂ, ਵੀ ਇੰਨੇ ਕੁ ਟ੍ਰੇਨਡ ਹੋ ਗਏ ਸੀਗੇ। ਸਾਨੂੰ ਉਹਨਾਂ ਨੇ ਲਿਜਾ ਕੇ ਪੁਲਿਸ ਵਾਲੇ ਨੇ ਕੀ ਕਰਿਆ, ਉਹਨਾਂ 3 ਜਣਿਆਂ ਨੂੰ ਬਰਨੋ ਸ਼ਹਿਰ ਇੱਕ ਉੱਧਰ ਨੂੰ ਚੜ੍ਹਾਤਾ। ਅੱਛਾ। ਮੈਨੂੰ ਪ੍ਰਾਗ ਨੂੰ ਚੜ੍ਹਾਤਾ ਇਕੱਲੇ ਨੂੰ। ਇਹ ਇਸ ਚੀਜ਼ ਦੀ ਸਾਨੂੰ ਨਹੀਂ ਸਮਝ ਆਈ ਵੀ ਪੁਲਿਸ ਵਾਲਿਆਂ ਨੇ ਇਵੇਂ ਕਿਉਂ ਕਰਿਆ। ਉਹ ਬਾਅਦ 'ਚ ਮੈਂ ਵਾਪਸ ਰੋਲ ਖੋਲ੍ਹ ਕੇ ਦੂਜੇ ਦਿਨ ਵਾਪਸ ਮੈਂ ਉਸ ਕਮਰੇ 'ਚ ਫਿਰ ਪਹੁੰਚ ਗਿਆ ਜਿੱਥੋਂ ਮੈਂ ਗਿਆ ਸੀ। ਉਹ ਵੀ ਕਿਵੇਂ ਪਹੁੰਚਿਆ, ਟ੍ਰੇਨ ਸਾਡੇ ਘਰ ਤੋਂ ਉੱਤੋਂ ਬਿਲਡਿੰਗ ਤੋਂ ਦਿਖਦੀ ਹੁੰਦੀ ਸੀ, 5ਵੀਂ-6ਵੀਂ ਮੰਜ਼ਿਲ ਤੋਂ। ਟ੍ਰੇਨ ਜਦੋਂ ਸਾਡੇ ਕੋਲ ਉੱਥੋਂ ਮੁੜਦੀ ਹੁੰਦੀ ਸੀ, ਮੈਂ ਟੈਕਸੀ ਵਾਲੇ ਨੂੰ ਕਿਹਾ, ਸਾਨੂੰ ਉਹ ਏਜੰਟ ਨੇ 50-50 ਮਾਰਕ ਦਿੱਤੇ ਸੀ ਜਰਮਨ 'ਚ ਇੰਟਰ ਵਾਸਤੇ, ਵੀ ਤੁਸੀਂ ਗਾਂ ਟਿਕਟ ਲੈਣੀ ਹੋਊਗੀ ਤਾਂ। ਮੈਂ ਉੱਥੇ ਅਤੇ ਪ੍ਰਾਗ ਚੱਲਦੇ ਸੀ ਕਰੋਨਾ ਕਰੰਸੀ ਹੈ। ਅਤੇ ਅਸੀਂ ਉਹਨੂੰ ਕਿਹਾ, ਮੈਂ ਕਿਹਾ ਮੇਰੇ ਕੋਲ ਦੂਜੇ ਵੀ ਮਾਰਕ ਹੈ। ਉਹਨੇ ਬਾਅਦ ਵਿੱਚ ਮਾਰਕ ਸਾਡੇ ਤੋਂ ਮੇਰੇ ਤੋਂ ਲੈ ਕੇ ਅਤੇ ਮੈਨੂੰ ਸਟੇਸ਼ਨ 'ਤੇ ਟ੍ਰੇਨ ਦੇ ਨਾ ਉਸ ਸਿਰੇ 'ਤੇ ਲੈ ਗਿਆ ਓਪੋਜਿਟ। ਮੈਂ ਕਿਹਾ ਵੀ ਯਾਰ ਇੱਥੇ ਤਾਂ ਬਿਲਡਿੰਗ ਨਹੀਂ ਦਿੰਦੀ ਉਹ। ਮੈਂ ਕਿਹਾ ਇੱਥੇ ਨਹੀਂ, ਮੈਂ ਕਿਹਾ ਹੁਣ ਦੂਜੇ ਸਿਰੇ 'ਤੇ ਚੱਲ। ਉਹਨੂੰ ਮੈਂ ਵੀ ਐਂਡ ਵੀ ਆਪਾਂ ਜਿੰਨੀ ਕੁ ਭਾਸ਼ਾ ਆਉਣੀ, ਜਿਵੇਂ ਵੀ ਉਹਨੂੰ ਸਮਝਾਇਆ, ਉਹ ਮੈਨੂੰ ਲਿਜਾ ਕੇ ਦੁਬਾਰਾ ਉਸ ਸਿਰੇ 'ਤੇ ਲੈ ਗਿਆ। ਉੱਥੇ ਲਿਜਾ ਕੇ ਉਸ ਬੰਦੇ ਨੇ ਮੈਨੂੰ ਉਤਾਰਿਆ, ਮੈਂ ਜੀ ਉਤਰਿਆ, ਮੈਂ ਉਤਰ ਕੇ ਅਤੇ ਕਮਰੇ 'ਚ ਵਾਪਸ ਆ ਗਿਆ। ਕਮਰੇ ਵਾਲੇ ਗੇਟ ਨਾ ਖੋਲ੍ਹਣ। ਅੱਛਾ। ਡਰਦੇ ਵੀ ਪੁਲਿਸ ਆ ਗਈ। ਫਿਰ ਉਹ ਕਹਿਣ ਵੀ ਜਿਹੜਾ ਇਹ ਬੰਦਾ ਆਪਣਾ ਵਾਪਸ ਆਇਆ, ਇਹਦੇ ਪਿੱਛੇ ਪੁਲਿਸ ਵੀ ਆਈ ਹੋਊ। ਫਿਰ ਉਹਨਾਂ 'ਚ ਵੀ ਜਿਹੜਾ ਉਹ ਅੰਕਲ ਸੀਗਾ, ਉਹ ਕਹਿੰਦਾ ਜੇ ਪੁਲਿਸ ਆਈ ਹੋਊ ਗੇਟ ਤੋੜ ਦੂ, ਵੀ ਗੇਟ ਤਾਂ ਖੋਲ੍ਹਣਾ ਹੀ ਪੈਣਾ ਹੈ ਵੀ ਜੇ ਜਿਵੇਂ ਵੀ। ਉਹਨਾਂ ਨੇ ਫਿਰ ਗੇਟ ਖੋਲ੍ਹਿਆ, ਮੈਨੂੰ ਅੰਦਰ ਵਾੜਿਆ। ਅੰਦਰ ਵੜਦੇ ਆਪਾਂ ਤਾਂ ਬਈ ਰੋਏ ਰੱਜ ਕੇ ਵੀ ਭੈਣ ਚੋ ਮੇਰੇ ਨਾਲ ਕੀ ਹੋਈ ਅਤੇ ਕਿਵੇਂ ਵੀ, ਜੋ ਵੀ ਜਿਵੇਂ ਦੀ ਵੀ। ਮੈਂ ਵਾਪਸ ਆ ਕੇ ਅਤੇ ਉਹਨਾਂ ਨੂੰ ਸਾਰੇ ਬੰਦੇ ਇਕੱਲੀ ਗੱਲ ਪੁੱਛਣ ਲੱਗ ਪਏ, ਕਿਵੇਂ ਹੋਇਆ, ਫਿਰ ਸਾਰੀ ਸੁਣਾਉਣੀ। ਫਿਰ ਮੈਂ ਕਿਹਾ ਯਾਰ ਇਹ ਛੱਡੋ, ਮੈਂ ਕੋਈ ਖਵਾ ਤਾਂ ਦਿਓ ਯਾਰ। ਬਈ ਉੱਥੇ ਜਿੱਥੇ 62 ਜਣਿਆਂ ਵਾਸਤੇ 65 ਰੋਟੀਆਂ ਪੱਕਦੀਆਂ ਹੋਣ ਅਤੇ ਉੱਥੇ ਕੀ ਹੋਊਗਾ। ਫਿਰ ਨਾ ਉਹਨੇ ਕਰਦਿਆਂ ਕਰਾਉਂਦਿਆਂ ਅੰਕਲ ਹੀ ਕਹਿੰਦਾ ਉਹ ਤੇਰੀ ਪਲੇਟ ਪਈ ਆ, ਉਹ ਰੱਖ ਕੇ ਗਿਆ ਕਸਮ ਨਾਲ। ਉੱਤੋਂ ਚੌਲ ਉੱਲੀ ਲੱਗੇ ਲਾਹ ਕੇ, ਤੀਜੇ ਦਿਨੋਂ ਚੌਲ ਖਾਧੇ। ਠੀਕ ਹੈ। ਉਹ ਖਾਧੇ ਕਾਹਤੋਂ? ਮੈਂ ਕਿਹਾ ਸਾਲੇ ਚੌਲ ਵਾਪਸ ਮੋੜ ਕੇ ਲੈ ਕੇ ਆਏ ਹੈ। ਮੈਂ ਕਿਹਾ ਅੰਕਲ ਤੂੰ ਮੈਨੂੰ ਚੌਲ ਖਾ ਲੈਣ ਦਿੰਦਾ, ਮੈਂ ਟੱਪ ਜਾਂਦਾ। ਪਰ ਇਹ ਚੌਲਾਂ 'ਤੇ ਮੇਰੀ ਮੋਹਰ ਸੀਗੀ ਵਾਕਈ 'ਚ ਹੈਂ। ਅਸੀਂ ਬਾਅਦ ਵਿੱਚ ਉੱਥੋਂ ਫਿਰ ਜਿਉਂ ਜਰਮਨ ਦੇ ਵਿੱਚ ਦੁਬਾਰਾ ਸਾਡੀ ਜਦੋਂ ਡੌਂਕੀ ਲੱਗੀ ਲਾਸਟ, ਅਸੀਂ ਫਿਰ ਏਜੰਟ ਨੂੰ ਸਿੱਧਾ ਹੀ ਮੈਂ ਕਹਿ ਤਾ, ਮੈਂ ਕਿਹਾ ਬਈ ਇੱਥੇ ਜਿਹੜਾ ਸਾਡਾ ਦਿੱਲੀ ਵਾਲਾ ਏਜੰਟ ਸੀ, ਉਹਦੀ ਗੱਲ ਹੁੰਦੀ ਸੀ। ਮੈਂ ਕਿਹਾ ਵੀ ਅਸੀਂ ਇਹ 'ਤੇ ਨਹੀਂ ਬਹਿਣਾ ਗਾ ਹੁਣ, ਵੀ ਟ੍ਰੇਨ ਵਾਲਾ ਕੰਮ ਨਹੀਂ ਕਰਨਾ। ਮੈਂ ਆ ਕੇ ਜੋ ਸਾਰਿਆਂ ਨੂੰ ਦੱਸਿਆ, ਮੈਂ ਕਿਹਾ ਵੀ ਥੱਲੇ ਨਾ ਕੈਂਚੀਆਂ ਦਿਸਦੀਆਂ ਸੀ। ਮੈਂ ਕਿਹਾ ਉੱਥੇ ਯਾਰ ਜੇ ਪੈਰ ਆ ਗਿਆ ਤਾਂ ਲੱਤ ਵੱਢੀ ਜਾਊਗੀ। ਮੈਂ ਕਿਹਾ ਖਾਏ ਖਸਮਾਂ ਨੂੰ ਜਰਮਨ ਜਾਂ ਜੋ ਵੀ ਹੈ। ਚਲੋ ਜਦੋਂ ਇਹੋ ਜਿਹੀਆਂ ਗੱਲਾਂ ਹੋਈਆਂ, ਇਹਨਾਂ ਨੇ ਸਾਨੂੰ ਜੀ ਉੱਥੋਂ ਵਾਪਸ ਦੁਬਾਰਾ ਸਿੱਧੀ ਗੱਡੀ 'ਚ ਸਾਨੂੰ ਗੱਡੀ 'ਚ ਲਾ ਕੇ ਇਹਨਾਂ ਨੇ ਸਾਨੂੰ ਆਪਦੇ ਉੱਤੇ ਲੈ ਗਏ। ਅਗਲੀ ਗੱਡੀ ਖੜ੍ਹੀ ਸਾਨੂੰ ਦੱਸਤੀ, ਸਪੋਰਟਸ ਕਾਰ ਸੀਗੀ। ਉਹਨਾਂ ਨੇ ਸਾਨੂੰ ਜਰਮਨ ਲਿਆ ਕੇ ਕੈਮਨੇਟ ਸ਼ਹਿਰ 'ਚ ਲਾ ਤਾ। ਕੈਮਨੇਟ ਤੋਂ ਅਸੀਂ ਜਿਉਂ ਚੜ੍ਹੇ ਗੱਡੀ 'ਤੇ ਟੈਕਸੀ ਕਰੀ, ਕਦੀ ਟ੍ਰੇਨ ਕਰੀ ਕਰਕੇ, ਅਤੇ ਅਸੀਂ ਵਾਪਸ ਆਪਦਾ ਉੱਥੋਂ ਜਿਹੜੇ ਟਿਕਾਣੇ 'ਤੇ ਜਾਣਾ ਸੀ, ਰਿਸ਼ਤੇਦਾਰ ਸੀਗਾ, ਅਸੀਂ ਰਿਸ਼ਤੇਦਾਰ ਕੋਲ ਪਹੁੰਚੇ। 1 ਮਹੀਨਾ 18 ਦਿਨਾਂ 'ਚ ਜਦੋਂ ਪਹਿਲੀ ਵਾਰ ਮੇਰੀ ਗੱਲ ਹੋਈ ਮੇਰੇ ਲੰਬੜਦਾਰ ਜੀ ਨਾਲ, ਪਾਪਾ ਜੀ ਨਾਲ, ਉਹਨਾਂ ਨੇ ਮੇਰੀ ਜਿਹੜੀ ਵਾਰਡਿੰਗ ਸੀਗੀ
ਉਹਨਾਂ ਨੇ ਇੱਕ ਦੋ ਇਹ ਹੀ ਕਿਹਾ, ਕਹਿੰਦੇ ਤੂੰ ਸੱਚੀ ਸਵਰਨਾ ਹੈ? ਹੂੰ ਮੈਂ ਕਿਹਾ ਹਾਂਜੀ। ਹੂੰ ਕਹਿੰਦੇ ਆਪਣੇ ਖੇਤ ਦੇ ਖੱਬੇ ਪਾਸੇ ਕਿਹਦਾ ਖੇਤ ਹੈ? ਆਪਣੇ ਤੋਂ ਨਹਿਰ ਦੀ ਵਾਰੀ ਕੌਣ ਵੜਦਾ ਹੈ? ਵੀ ਕਿਉਂਕਿ ਸਾਨੂੰ ਦਿਲਾਸਾ ਨਾ ਦੇਈ ਜਾਂਦਾ ਹੋਵੇ। ਹਾਂ, ਵੀ ਕਾਰਨ ਕੀ ਸੀ ਵੀ 1 ਮਹੀਨਾ 20 ਦਿਨ ਹੋ ਗਏ ਸੀਗੇ, 18 ਦਿਨ 19-20ਵੇਂ ਦਿਨ ਮੇਰੀ ਗੱਲ ਹੋਈ ਹੈ। 18 ਦਿਨ ਸਾਨੂੰ ਰਾਹ 'ਚ ਹੀ ਲੱਗੇ, 1 ਮਹੀਨਾ 18 ਦਿਨ। ਫਿਰ ਜਦੋਂ ਮੈਂ ਸਾਰੀਆਂ ਗੱਲਾਂ ਦੱਸੀਆਂ ਕਰੀਆਂ, ਫਿਰ ਘਰਦਿਆਂ ਨੂੰ ਯਕੀਨ ਆਇਆ। ਫਿਰ ਮੈਂ ਮੈਂ ਉਹਨਾਂ ਨੂੰ ਕਹੀਆਂ ਆਪਦੀਆਂ ਨਹੀਂ ਵੀ ਪਿਓ ਪੁੱਤਾਂ ਦੀਆਂ ਜੋ ਗੱਲਾਂ ਹੁੰਦੀਆਂ। ਫਿਰ ਕਹਿੰਦੇ ਨਹੀਂ, ਕਹਿੰਦੇ ਪੁੱਤ ਠੀਕ ਹੈ। ਫਿਰ ਉੱਥੋਂ ਪਹੁੰਚੇ, ਉਹ ਜੋ ਵੀ ਅਗਾਂਹ ਤਾਂ ਫਿਰ ਬਾਈ ਜੀ ਉੱਥੇ ਜਿਵੇਂ ਦੀ ਵੀ ਜ਼ਿੰਦਗੀ, ਕਿਉਂਕਿ ਵਰਕ ਵਾਸਤੇ ਗਏ ਸੀ, ਕਮਾਈ ਕਰਨ ਗਏ ਸੀ। ਫਿਰ ਆਪਾਂ 2008 ਦੇ ਵਿੱਚ ਘਰਦਿਆਂ ਦੇ ਮਾਂ ਪਿਓ ਦੇ ਕਹਿਣ 'ਤੇ ਵਾਪਸ ਆ ਗਏ। 8 ਸਾਲ ਲਾ ਕੇ। 8 ਸਾਲ ਲਾ ਕੇ। ਤੇ ਜਿਹੜੇ ਹੁਣ ਬਹੁਤ ਲੋਕ ਜਾਂਦੇ ਆ ਬਾਹਰ, ਹਾਂਜੀ ਠੀਕ ਹੈ, 2 ਨੰਬਰ 'ਚ ਤੇ 1 ਨੰਬਰ 'ਚ, ਹਾਂਜੀ ਦੋਨੇ ਤਰੀਕੇ, ਹਾਂਜੀ ਹਾਂਜੀ। ਉਹਨਾਂ ਲਈ ਤੁਸੀਂ ਕੀ ਕਹੋਗੇ ਜਿਹੜੇ ਡੌਂਕੀ ਲਾ ਕੇ ਜਾਂਦੇ ਆ? ਬਈ ਜਿਹੜੇ ਤਾਂ ਡੌਂਕੀ ਲਾ ਕੇ ਜਾਂਦੇ ਆ ਨਾ, ਕਈਆਂ ਤਾਂ ਮਜਬੂਰੀਆਂ ਹੋਈ ਨੇ। ਸਾਡੇ ਵੇਲੇ ਤਾਂ ਕੰਮ ਹੈ ਨਹੀਂ ਸੀਗੇ ਵੀ ਉਦੋਂ ਜਦੋਂ ਅਸੀਂ ਗਏ ਆ ਨਾ, ਸਾਡੇ ਵੇਲੇ ਇਹ ਕੰਮ ਹੈ ਨਹੀਂ ਸੀ ਹੋਣ ਵਾਲੇ। ਸਟੱਡੀ ਵਾਲੇ ਵੀ ਲਾ ਲਓ ਜਾਂ ਜਿੰਨਾ ਇੰਨਾ ਸੌਖਾ ਤਰੀਕਾ ਹੋ ਰਿਹਾ ਹੈ, ਫਿਰ ਤੁਸੀਂ ਕਿਉਂ ਡੌਂਕੀ ਲਾ ਰਹੇ ਹੋ? ਵੀ ਡੌਂਕੀ ਨਹੀਂ ਲਾਉਣੀ ਚਾਹੀਦੀ, ਨਹੀਂ ਲਾਉਣੀ ਚਾਹੀਦੀ ਬਾਈ ਜੀ। ਵੀ ਮੌਤ ਦੇ ਮੂੰਹ 'ਚ ਮੁੜ ਕੇ ਅੱਛਾ, ਜੇ ਕੋਈ ਘਰਦਿਆਂ ਦੇ ਡਾਂਗ ਦਿੰਦਾ ਹੈ, ਵੀ ਮੰਨ ਲਓ ਸਾਡੇ ਨਾਲ, ਵੀ ਧੱਕੇ ਨਾਲ ਮੈਂ ਜਾਣ, ਹਾਂ ਵੀ ਮੈਂ ਬਾਹਰ ਜਾਣਾ ਹੀ ਜਾਣਾ ਹੈ, ਮੈਂ ਇਹ ਗੱਲ ਕਹੂੰਗਾ ਉਹਨੂੰ ਭੇਜੋ ਹੀ ਡੌਂਕੀ ਨਹੀਂ। ਜੇ ਤੁਹਾਨੂੰ ਉੱਥੇ ਜਾ ਕੇ ਮੱਤਾ ਨਾ ਦਵੇ ਤਾਂ ਕਹਿ ਦਿਓ। ਸਹੀ, ਜੇ ਪਹੁੰਚ ਗਿਆ ਵੀ ਜਿਵੇਂ ਵੀ ਲਾ ਲਓ, ਪਰ ਉਹ ਉੱਥੇ ਜਾ ਕੇ ਅੱਛਾ ਕੰਮ ਸਾਰਿਆਂ ਨਾਲੋਂ ਵੱਧ ਕਰੂਗਾ ਉੱਥੇ ਜਾ ਕੇ। ਉਦੋਂ ਜਿਹੜੇ ਸਾਡੇ ਨਾਲ ਡਾਇਰੈਕਟ ਜਾ ਕੇ ਹੀ ਪਹੁੰਚੇ ਸੀ ਨਾ, ਸਾਡਾ ਹੀ ਇੱਕ ਚਾਚੇ ਦਾ ਮੁੰਡਾ, ਉਹ ਪ੍ਰਾਗ ਹੀ ਸਿੱਧਾ ਪਹੁੰਚ ਕੇ, ਤੇ ਸਾਡੇ ਨਾਲ ਉਹ ਕੰਮ ਨਹੀਂ ਸੀ, ਉਹਨੂੰ ਕੰਮ ਹੀ ਨਹੀਂ ਸੀ ਪਸੰਦ ਆਉਂਦਾ। ਆਹੋ, ਉਹਨੇ ਕਹਿਣਾ ਯਾਰ, ਤੇ ਜੇ ਕਿਸੇ ਮਾਲਕ ਦੇ ਯਾਨੀ ਕਿ ਰਖਾਉਣਾ, ਜਾਂ ਉਹਨੇ ਕਹਿਣਾ ਬਰਾੜ ਯਾਰ ਇਹ ਤੇਰੇ ਚਾਚੇ ਦਾ ਮੁੰਡਾ ਹੈ। ਫਿਰ ਉੱਥੇ ਸ਼ਰਮਿੰਦੇ ਬਾਈ ਜੀ, ਹੈ ਤਾਂ ਲੇਬਰ ਹੀ। ਤੇ ਜਿਹੜੇ ਇਹ ਸੁਪਨੇ ਆ ਲੋਕਾਂ ਦੇ ਵੀ ਬਾਹਰ ਨੋਟ ਖਿਲਰੇ ਪਏ ਹੈ ਨਹੀਂ ਕਿਤੇ ਵੀ। ਨਾ ਉੱਥੇ ਨੋਟ ਖਿਲ ਰਹੇ ਹੈ, ਨਾ ਕੋਈ ਰਿਸ਼ਤੇਦਾਰ ਕਿਸੇ ਰਿਸ਼ਤੇਦਾਰ ਨੂੰ ਫੜੇ। ਇਹ ਵੀ ਉਦੋਂ ਹੀ ਹੈ ਜਦੋਂ ਕੰਮ ਕਰਦੇ ਹੋ, ਤੇ ਕੰਮ ਕਰਨਾ ਹੀ ਪੈਣਾ ਹੈ। ਤੇ ਪਰ ਇਹ ਹੈ ਵੀ ਇੱਥੋਂ ਨਾਲੋਂ ਲਾਈਫ ਇਵੇਂ ਹੈ ਵੀ ਉੱਥੇ ਵਾਕਈ ਕਈ ਚੀਜ਼ਾਂ ਇੱਥੋਂ ਨਾਲੋਂ ਬੈਟਰ ਹੈ। ਆਪਾਂ ਇਸ ਚੀਜ਼ ਨੂੰ ਨਹੀਂ ਇਗਨੋਰ ਕਰ ਸਕਦੇ ਗੇ। ਤੇ ਪਰ ਉਹ ਲੋਕ ਬੰਦੇ ਨੂੰ ਇਨਸਾਨ ਹੀ ਸਮਝਦੇ। ਜਦੋਂ ਅਸੀਂ ਸਟੇ ਲਿਆ ਸੀ ਉੱਥੇ ਜਾ ਕੇ, ਸਟੇ ਲੈ ਕੇ, ਤੇ ਸਾਨੂੰ ਉਹਨਾਂ ਨੇ, ਅਸੀਂ 17-18 ਦਿਨ ਉੱਥੇ ਰੱਖਦੇ ਆਪਦੇ ਅੰਡਰ, ਤੇ 17-18 ਦਿਨ ਰੱਖ ਕੇ ਸਾਨੂੰ ਉਹਨਾਂ ਨੇ ਉੱਥੇ ਰੱਖਿਆ, ਤੇ ਰੱਖ ਕੇ ਤੇ ਫਿੰਗਰ ਲੈ ਕੇ ਸਾਰਾ ਕੁਝ ਚੈੱਕ ਕਰਕੇ ਵੀ ਕੀ ਪ੍ਰੋਬਲਮ ਹੈ। ਸਾਨੂੰ ਹਫਤੇ ਦੇ ਵਿੱਚ ਨਵੀਂ ਬੈੱਡ ਸ਼ੀਟ, ਠੀਕ ਹੈ, ਪਿੱਲੋ ਦਾ ਕਵਰ, ਹਰ ਚੀਜ਼, ਮੈਡੀਸਿਨ ਤੱਕ ਫ੍ਰੀ ਦਿੰਦੇ ਆ। ਤੇ ਜੇ ਆਪਾਂ ਕਹੀ ਜਾਈਏ ਵੀ ਉਹ ਦੇਸ਼ ਮਾੜੇ ਆ, ਬਾਈ ਨਹੀਂ ਹੋ ਸਕਦੇ ਮਾੜੇ, ਜਿਹੜੇ ਇੰਨੀ ਬੰਦੇ ਦੀ ਕਦਰ ਕਰਦੇ ਆ। ਉਹ ਕੀ ਇਹ ਗੱਲ ਕਹਿੰਦੇ ਆ ਵੀ ਯਾਰ ਬੰਦਾ ਬਾਜੇ ਜੋ ਮਰਜ਼ੀ ਹੋ ਜੇ। ਤੇ ਆਪਣੇ ਇੱਥੇ ਹੋਰ ਸਿਸਟਮ ਥੋੜ੍ਹੇ ਜਿਹੇ ਹੋ ਜਾਂਦੇ ਆ। ਤੇ ਬਾਕੀ ਜਿਹੜਾ ਬੰਦਾ ਜਾਂਦਾ ਹੈ, ਸੁਪਨੇ ਉਦੋਂ ਬਹੁਤ ਵੱਡੇ ਹੁੰਦੇ ਆ। ਜਿਹੜਾ ਜਹਾਜ਼ ਤੋਂ ਚੜ੍ਹਨ ਵੇਲੇ ਹੁੰਦੀਆਂ ਸੁਪਨੇ, ਤੇ ਜਿੰਨੇ ਘੰਟਿਆਂ ਦੀ ਫਲਾਈਟ ਹੈ, 7, 8, 2 ਘੰਟੇ, 16 ਘੰਟੇ, ਬਾਈ ਉਤਰਦਿਆਂ ਦੀ ਕਹਾਣੀ ਚੇਂਜ ਹੈ। ਸਾਰੇ ਸੁਪਨੇ ਉੱਡ ਜਾਂਦੇ ਆ। ਜਿਵੇਂ ਜਹਾਜ਼ ਦੇ ਟਾਇਰਾਂ ਦੀਆਂ ਉਤਰਦੀ ਦੀਆਂ ਚੀਕਾਂ ਪੈਂਦੀਆਂ ਨਾ, ਬੰਦਾ ਦੱਸਦਾ ਹੀ ਨਹੀਂ, ਉਵੇਂ ਬੰਦੇ ਦੀਆਂ ਉੱਥੇ ਚੀਕਾਂ ਪੈਣ ਲੱਗ ਪੈਂਦੀਆਂ। ਕੋਈ ਦੱਸੇ ਕੋਈ ਨਾ ਦੱਸੇ, ਇਹ ਹਕੀਕਤ ਹੈ। ਤੇ ਕੁਝ ਗੱਲਾਂ ਆਪਾਂ ਹੋ ਸਕਦਾ ਤੁਸੀਂ ਇਹਦੇ ਵਿੱਚ ਨਾ ਦੱਸੀਆਂ ਹੋਣ, ਇਦੋਂ ਵੀ ਦਰਦਨਾਕ ਹੋਣ। ਬਾਈ ਜੀ ਦਰਦਨਾਕ ਦੱਸਾਂ, ਇੱਕ ਕਮਰੇ ਦੇ ਵਿੱਚ 60 ਜਾਣੇ, ਮੇਰੇ ਹਿਸਾਬ ਨਾਲ 12 ਬਾਈ 12 ਦਾ ਕਮਰਾ, ਪੈਰਾਂ ਭਾਰ ਬਹਿਣ ਵਾਲੀ ਗੱਲ ਸੀਗੀ। ਉਹਦੇ ਕੋਰਨਰ ਦੇ ਵਿੱਚ ਡੱਬਾ ਰੱਖਿਆ ਹੋਇਆ ਲੈਟਰਿੰਗ ਵਾਸਤੇ, ਡਰਮ ਵੱਢ ਕੇ ਆਪਣਾ ਤੇਲ ਵਾਲਾ ਡਰਮ ਲਾ ਲਓ, ਉਹਦੇ ਉੱਤੇ ਇੱਕ ਫੱਟਾ ਰੱਖਿਆ ਹੋਇਆ ਹੈ, ਉਹਦੇ ਨਾਲ ਚਾਦਰ ਵਾਲੀ ਵੀ ਆ, ਨਾਲ ਹੀ ਬੰਦੇ ਬੈਠੇ ਆ, ਉੱਥੇ ਲੈਟਰਿੰਗ ਕਰਨੀ, ਉੱਥੇ ਪਿਸ਼ਾਬ ਕਰਨਾ। ਦੱਸੋ ਇਦੋਂ ਕਹਾਣੀ। ਮੈਂ ਤਾਂ ਇੱਥੋਂ ਇੰਨਾ ਵਧੀਆ ਮਤਲਬ ਆਪਦਾ ਕੁਛ ਛੱਡ ਕੇ ਗਏ। ਛੱਡ ਕੇ ਬਾਈ, ਉਹ ਪਤਾ ਕੀ ਜਨੂਨ ਸੀ,
ਕੁਝ ਸੁਪਨੇ ਵੱਡੇ ਸੀ ਵੀ ਅਮਰੀਕਾ ਜਾਵਾਂਗੇ। ਉਹ ਰਾਹ 'ਚ ਜਾਂਦਿਆਂ ਸਾਰੇ ਹੀ ਸੀਗਾ ਵੀ ਆਪਾਂ ਇੱਕ ਥਾਂ ਦੀ ਪਹੁੰਚ ਜਾਈਏ। ਜਰਮਨ ਦੇ ਵਿੱਚ ਫਿਰ ਕੋਈ ਕੰਮਕਾਜ ਉੱਥੇ ਕੀਤਾ? ਉੱਥੇ ਬਾਈ ਜੀ ਕੰਮਕਾਰ ਰੈਸਟੋਰੈਂਟ ਤੇ, ਪਹਿਲਾਂ ਇੱਕ ਇੰਡੀਅਨ ਦੇ ਲੱਗਿਆ ਰਿਹਾ, ਬੈਂਸ ਦਾ ਰੈਸਟੋਰੈਂਟ ਸੀ, ਉਹਦੇ 6-7 ਮਹੀਨੇ ਕੰਮ ਲਾਏ। ਉਹ ਥੋੜ੍ਹਾ ਜਿਹਾ ਮਾਲਕ ਸੀਗਾ ਅਗਲਾ, ਹੈ ਤਾਂ ਆਪਾਂ ਹੀ ਮਾਲਕ ਸੀ ਇੱਥੇ, ਪਰ ਉਹਨੂੰ ਮੈਂ 1-2 ਗੱਲਾਂ ਕਹੀਆਂ ਸੀ। ਮੈਂ ਕਿਹਾ ਸ਼ੇਫ ਮੈਨੂੰ ਸਵੇਰੇ ਆਉਂਦੇ ਨੂੰ ਨਾ ਲੜੀ ਵੀ ਕੱਲ੍ਹ ਦੀ ਗਲਤੀ, ਤੇ ਦੁਪਹਿਰੋਂ ਬਾਅਦ ਜੋ ਮਰਜ਼ੀ ਮੈਨੂੰ ਕਹਿ ਲਈ। ਮੈਂ ਕਿਹਾ ਇਹ ਗੱਲਾਂ ਕਿੱਥੋਂ ਸੀ? ਸਾਡਾ ਦਾਦਾ ਕਹਿੰਦਾ ਹੁੰਦਾ ਸੀ ਵੀ ਸੀਰੀ ਨੂੰ ਸਵੇਰੇ ਆਉਂਦੇ ਨੂੰ ਨਾ ਲੜੋ, ਕਹਿੰਦਾ ਅਗਲਾ ਰੁੱਸ ਕੇ ਭੱਜੂ, ਕਹਿੰਦਾ ਬਾਅਦ 'ਚ ਦੁਪਹਿਰੋਂ ਬਾਅਦ ਉਹਨੂੰ ਜੋ ਮਰਜ਼ੀ ਕਹੀ ਜਾਓ। ਠੀਕ ਹੈ। ਉਹ ਮੈਂ ਉਹੀ ਗੱਲਾਂ, ਕਿਉਂਕਿ ਮੈਂ ਵੀ ਉੱਥੇ ਸੀਰੀ ਸੀ ਬਾਈ ਜੀ, ਇਹ 'ਚ ਤਾਂ ਵਰਕਰ ਸੀ ਮੈਂ ਉੱਥੇ। ਉਹਨਾਂ ਨੂੰ ਜਦੋਂ ਬੈਂਸ ਨੂੰ ਕਹੀਆਂ, ਬੈਂਸ ਨੇ ਜੀ ਇੱਕ ਦਿਨ ਮੇਰੇ 'ਤੇ ਰੋਹਬ ਮਾਰਿਆ, ਅਤੇ ਉਹ ਐਪਰਨ ਪਾਉਂਦੇ ਹੁੰਦੇ, ਕਿਚਨ ਦਾ ਕੰਮ ਸੀਗਾ ਰੈਸਟੋਰੈਂਟ ਦੇ, ਮੈਂ ਉਹਦੀ ਗੰਢ ਮੂਹਰੇ ਦਿੰਦਾ ਹੁੰਦਾ ਸੀ। ਉਹ ਮੈਨੂੰ ਕਿਹਾ ਕਰੇ ਤੂੰ ਯਾਰ ਇਹ ਗੰਢ ਮੂਹਰੇ ਕਦੋਂ ਦਿੰਦਾ, ਪਿੱਛੇ ਦਿਆ ਕਰ। ਉੱਦੇ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਸ਼ੇਫ ਮੈਂ ਖੋਲ੍ਹਣੀ ਸੌਖੀ ਹੈ। ਆਪਾਂ ਖੋਲ੍ਹ ਕੇ ਉਹਦੇ ਐਪਰਨ ਮਾਰਿਆ, ਉਹਦੇ ਚਲਾ ਕੇ ਪੈਰਾਂ 'ਚ, ਮੈਂ ਆਪਾਂ ਚੱਲੇ ਆ। ਫਿਰ ਆਪਾਂ ਉਸ ਤੋਂ ਬਾਅਦ ਇੱਕ ਪਾਸੋ ਪੀਜੇ ਨਾਂ ਦਾ ਇਟਾਲੀਅਨ ਪੀਜ਼ਾ ਸੀ, ਉਹਨਾਂ ਦੇ 30-32 ਪੀਜੇ ਸੀਗੇ। ਠੀਕ ਹੈ। ਅਸੀਂ ਮੈਂ ਫਿਰ ਉਸ ਪੀਜੇ ਦੇ ਉੱਤੇ ਮੈਂ ਲੱਗਿਆ ਰਿਹਾ ਵੀ 8 ਸਾਲ ਤੁਸੀਂ ਕੰਮ ਕੀਤਾ? ਕੰਮ ਕਰਿਆ ਬਾਈ ਜੀ ਰੱਜ ਕੇ। 2 ਨੰਬਰ ਦੇ ਵਿੱਚ ਵੀ ਰਹੇ, ਪਰਮਾਤਮਾ ਦੀ ਇੰਨੀ ਕੁ ਕਿਰਪਾ ਰਹੀ, ਕਦੀ ਚੈੱਕ ਨਹੀਂ ਹੋਏ। ਬਚਤ ਰਹੀ ਕੰਮ ਤੇ, ਕਦੀ ਚੈੱਕ ਨਹੀਂ ਹੋਏ। ਤੁਰੇ ਜਾਂਦੇ ਬਾਜ਼ਾਰ 'ਚ ਚੈੱਕ ਨਹੀਂ ਹੋਏ। ਮੇਰੇ ਕੋਲੇ ਮੇਰੀ ਭੂਆ ਦਾ ਮੁੰਡਾ ਹੁੰਦਾ ਸੀ, ਅਸੀਂ ਸ਼ਹਿਰ ਦੇ ਵਿੱਚ ਤੁਰੇ ਜਾਂਦੇ ਹਾਂ, ਉਹਦੀ ਜੇਬ 'ਚ ਮੇਰੇ ਪੇਪਰ ਹੁੰਦੇ ਸੀ, ਡਾਕੂਮੈਂਟ। ਪੁਲਿਸ ਵਾਲਿਆਂ ਨੇ ਉਹਨੂੰ ਰੋਕ ਲੈਣਾ, ਮੇਰੇ ਪੇਪਰ ਹੋਣੇ, ਮੈਂ ਕੋਲੋਂ ਟੱਪ ਜਾਣਾ। ਅੱਛਾ। ਸਾਡੇ ਦੋਵਾਂ 'ਚ ਇੱਕ ਹੀ ਪੇਪਰ ਵੀ ਮੇਰਾ ਨਾਮ ਸਵਰਨਜੀਤ ਸਿੰਘ ਹੈ, ਸਵਰਨਜੀਤ ਸਿੰਘ ਦੀ ਉਹਦੀ ਜੇਬ 'ਚ ਹਾਊਸ ਵਾਈਸ ਆਇਡੈਂਟੀ ਕਾਰਡ, ਅਤੇ ਪਰ ਆਪਾਂ ਟੱਪ ਜੀਦਾ ਸੀਗਾ, ਉਹਨੂੰ ਰੋਕ ਲੈਣਾ। ਕਦੀ ਪਰਮਾਤਮਾ ਦੀ 8 ਸਾਲ ਲਾਏ ਕੰਮ ਕਰਦਿਆਂ ਤੋਂ, ਕਦੀ ਚੈੱਕ ਨਹੀਂ ਹੋਏ। ਉੱਥੇ ਰਹੇ ਬਿਨਾਂ ਡਾਕੂਮੈਂਟਾਂ ਤੋਂ, ਇਟਲੀ, ਫਰਾਂਸ, ਸਪੇਨ, ਅੱਛਾ, ਸਾਰੇ ਘੁੰਮਿਆ। ਠੀਕ ਹੈ। ਆਉਣ ਲੱਗਿਆ, ਉਹ ਵੀ ਆਉਣ ਵੇਲੇ ਮੈਂ ਕਿਹਾ ਯਾਰ ਹੁਣ ਵੇਖ ਤਾਂ ਚੱਲੀਏ, ਮੇਰੇ ਪਿੰਡਾਂ ਵਾਲੇ, ਮੇਰੇ ਜਿੱਥੇ ਮੇਰੇ ਕਾਲਜ ਟਾਈਮ ਦੇ ਫਰੈਂਡ ਸੀਗੇ, ਵੀ ਇਹ ਕੀ ਕੰਮ ਕਰਦੇ ਆ, ਕਿਵੇਂ ਆ, ਆਪਾਂ ਉੱਥੇ ਰੱਜ ਕੇ ਉਹਨਾਂ ਨੂੰ ਵੇਖ ਕੇ ਉਹਨਾਂ ਦਾ ਹਿਸਾਬ ਕਿਤਾਬ, ਅਤੇ ਆਪਾਂ ਜਦੋਂ ਅਸੀਂ ਨਾ ਪਰਾਗ ਕਮਰੇ ਦੇ ਵਿੱਚ ਸੀਗੇ, ਸਾਡੇ ਨਾਲ ਕੋਈ ਜਿਹੜਾ ਅੰਕਲ ਸੀ ਜਿਹਨੇ ਮੇਰੇ ਤੋਂ ਪਲੇਟ ਫੜੀ, ਕਹਿੰਦਾ ਤੂੰ ਨਾ, ਉਹ ਅੰਕਲ ਦਾ ਮੇਰੇ ਨਾਲ ਤਾਂ ਥੋੜ੍ਹਾ ਜਿਹਾ ਰੁਝਾਨ ਵੱਧ ਗਿਆ। ਉਹ ਨਾ ਉੱਥੇ ਕਮਰੇ ਦੇ ਵਿੱਚ ਸਾਡਾ ਇੱਕ ਹੈੱਡ ਬਣ ਗਿਆ ਸੀ। ਅੱਛਾ। ਸਾਨੂੰ ਇਹ ਸੀਗਾ ਵੀ ਇਹਦਾ ਕਮਰਾ ਹੈ, ਇਹ ਏਜੰਟ ਹੈ। ਅਸੀਂ 60 ਜਣੇ ਤਾਂ ਇੱਕ ਕਮਰੇ 'ਚ ਪਿਆ ਕਰੀਏ, ਬਾਹਰ ਇੱਕ 60 ਜਣੇ, ਉਹ 2 ਜਣੇ ਅਤੇ ਇੱਕ ਉਹ ਮੁੰਡਾ ਆਪ, ਅਤੇ ਉਹ ਇੱਕ ਕਮਰੇ 'ਚ ਪਿਆ ਕਰਨਾ। ਅਸੀਂ ਕਿਆ ਕਰੀਏ ਯਾਰ ਵੀ ਬੰਦਾ ਇਹ ਜਾਂ ਪੱਕਾ ਹੈ ਜਾਂ ਇਹਦਾ ਕਮਰਾ ਹੈ ਜਾਂ ਕੁਛ ਵੀ ਹੈ। ਉਹ ਜਦੋਂ ਬੋਲਿਆ ਕਰੇ, ਉਹ ਕੁੱਤੀ ਦਿਓ ਪੁੱਤੋ, ਉਹ ਕੰਜਰ ਦਿਓ। ਉਹ ਜਿਹੜਾ ਅੰਕਲ ਸੀ, ਅੰਕਲ ਕਿਤੇ ਬਾਥਰੂਮ ਕਰਕੇ ਆਇਆ, ਅਤੇ ਭੁਲੇਖੇ ਨਾਲ ਜਿਵੇਂ ਘਰ 'ਚ ਆਦਤ ਹੁੰਦੀ ਹੈ, ਉਹਨੇ ਫਲੱਸ਼ ਛੱਡਤੀ। ਉਹ ਕਹਿੰਦਾ ਤੇਰੀ ਗਾਲ ਕੱਢੀ, ਕੁੜੀ ਦੀ ਗਾਲ ਕੱਢੀ। ਅੰਕਲ ਆ ਕੇ ਤੇ ਸਾਡੇ ਕੋਲ ਰੋਣ ਲੱਗ ਪਿਆ, ਕਹਿੰਦਾ ਯਾਰ ਮੈਂ ਬਾਹਰ ਭਾਵੇਂ ਆ ਗਿਆ, ਪਰ ਗਾਲਾਂ ਲੈਣ ਤਾਂ ਨਹੀਂ ਆਇਆ ਯਾਰ। ਅਸੀਂ ਆਖਿਆ ਯਾਰ ਇਹ ਤਾਂ ਹੁਣ ਆਪਾਂ ਵੀ ਨਹੀਂ ਕੁਛ ਕਰ ਸਕਦੇ ਕਿ ਵੀ ਕੀ ਕਰੀਏ ਅਗਲਾ ਇਹ। ਉਹਨੇ ਰੋਟੀ ਖਾਣ ਲੱਗਿਆ, ਅਤੇ ਉਹ ਅੰਕਲ ਉੱਥੇ ਜਿਵੇਂ ਮੰਨ ਲਓ ਵੀ ਪਾਣੀ ਪੀ ਜਾਵੇ, ਅਤੇ ਉਹਨੂੰ ਫਿਰ ਉਹਨੇ ਗਾਲ ਕੱਢੀ। ਸਾਡੇ ਨਾਲ ਇੱਕ ਜਲਾਲਾਬਾਦ ਦੇ ਪੁਲਿਸ ਦਾ ਉਸ ਟਾਈਮ ਦਾ ਮੁੰਡਾ ਸੀਗਾ, SP ਦੱਸਦਾ ਆਪਦੇ ਆਪ ਨੂੰ, ਉਹ DSP ਦਾ ਮੁੰਡਾ ਦੱਸਦਾ ਸੀ। ਉਹ ਮੈਨੂੰ ਕਹਿੰਦਾ ਬਰਾੜਾ, ਕਹਿੰਦਾ ਤਾਂ ਸਾਰੇ ਕੋਈ ਨਹੀਂ ਬੋਲਦੇ, ਆਪਾਂ ਕੁਛ ਕਰੀਏ। ਉਹ ਜਦੋਂ ਨਾ ਉਹਨੇ ਗਾਲ ਕੱਢ ਕੇ ਮੋੜਨ ਲੱਗਿਆ, ਮੈਂ ਉਹਦੇ ਪਿੱਛੇ ਹੋ ਗਿਆ, ਉਹ ਮੂਹਰਦੀ ਹੋ ਗਿਆ। ਅਸੀਂ ਉਹਨੂੰ ਫੜ ਲਿਆ, ਉਸ ਬੰਦੇ ਨੂੰ ਫੜ ਕੇ ਅਸੀਂ ਅੰਕਲ ਕੋਲੇ ਲਿਆਂਦਾ। ਅਸੀਂ ਅੰਕਲ ਹੁਣ ਕਸਰ ਜੇ ਤੂੰ ਛੱਡੇ ਤਾਂ ਤੂੰ ਬੰਦਾ ਨਹੀਂ। ਅੰਕਲ ਨੇ ਬਹੁਤ ਕੁੱਟਿਆ ਉਹਨੂੰ। ਉਹ ਕਹਿੰਦਾ ਪੁਲਿਸ ਸਾਦਾਂ ਸੀ, ਸੱਦ ਪੁਲਿਸ, ਜੋ ਹੋਊਗੀ ਵੇਖੀ ਜਾਊਗੀ। ਅੱਛਾ ਜੀ, ਕਰਾ ਕੇ ਉਹਨੇ ਆਪਦੇ ਆਪ ਗਰਮਾਈ ਦੇ ਵਿੱਚ ਉਹ ਕਿਸੇ ਬੰਦੇ ਨੂੰ ਫੋਨ ਕਰਿਆ, ਸਾਨੂੰ ਅਸੀਂ ਤਾਂ ਜਾਣਦੇ ਨਹੀਂ ਸੀ ਕੌਣ ਹੈ। ਉਦੋਂ ਉਹ ਬੰਦਾ ਆ ਗਿਆ, ਉਹ ਆਉਂਦਾ ਹੀ ਪਹਿਲਾਂ ਗਾਲਾਂ ਕੱਢਣ ਲੱਗ ਪਿਆ। ਜਦੋਂ ਉਹਨੇ ਬੰਦੇ ਨੇ ਦੱਸਿਆ ਵੀ ਇਹਨਾਂ ਨੇ ਮੇਰੇ ਛਿੱਤਰ ਫੇਰੇ ਆ, 2 ਜਣਿਆਂ ਨੇ ਅਤੇ ਅੰਕਲ ਨੇ, ਉਹ ਬਾਅਦ ਦੇ ਵਿੱਚ ਠੰਡਾ ਪੈ ਗਿਆ। ਕਹਿੰਦਾ ਕਿਵੇਂ? ਕਹਿੰਦਾ ਕੀ ਗੱਲ ਆ, ਕਿਹਦੇ ਗਰਮੀ ਆ? ਅਸੀਂ ਆਖਿਆ ਇਹਨੂੰ ਹਟਾ, ਇਹ ਕੁੜੀ ਦੀਆਂ ਗਾਲਾਂ ਕੱਢਦਾ। ਉਹਨੇ ਫਿਰ ਕਹਾਣੀ ਦੱਸੀ। ਉਹ ਕਹਿੰਦਾ ਉਹਨੂੰ ਕਿਹਾ, ਕਹਿੰਦਾ ਸਾਲਿਆ, ਅਤੇ ਸਾਲ ਹੋ ਗਿਆ ਤੇਰੀ ਪੇਮੈਂਟ ਨਹੀਂ ਹੋਈ, ਤੂੰ ਤਾਂ ਬੈਠਾ। ਫਿਰ ਅਸੀਂ ਅੰਕਲ ਨੂੰ ਉਸ ਬੈੱਡ 'ਤੇ ਪਾਉਣ ਲਾਇਆ, ਅਤੇ ਅਸੀਂ ਉਹਨੂੰ ਥੱਲੇ ਪਾਉਣ ਲਾਇਆ। ਠੀਕ ਹੈ। ਇਹ ਤਾਂ ਆਪਣੇ ਨਾਲ ਦੀ ਹੈ ਵੀ ਅਸੀਂ ਆਖਿਆ ਵੀ ਅਸੀਂ ਤਾਂ ਸੋਚੀ ਗਏ ਵੀ ਇਹ ਸਾਡਾ ਸੀਨੀਅਰ ਹੈ, ਵੀ ਇਸ ਕਮਰੇ ਦਾ ਮਾਲਕ ਹੈ। ਉਹ ਫਿਰ ਏਜੰਟ ਨੇ ਸਾਨੂੰ ਆ ਕੇ ਦੱਸਿਆ, ਕਹਿੰਦਾ ਸਾਲਿਆ ਤੇਰੀ ਸਾਲ ਹੋ ਗਿਆ ਪੇਮੈਂਟ ਨਹੀਂ ਹੋਈਗੀ।
ਮਤਲਬ ਕਹਿਣ ਦੀ ਗੱਲ ਇਹ ਹੈ ਵੀ ਜਿਹੜੀਆਂ ਚਵਲਾਂ ਹੁੰਦੀਆਂ ਉਹ ਇੱਥੇ ਵੀ ਚਵਲਾਂ ਤੇ ਉੱਥੇ ਵੀ ਚਵਲਾਂ ਹੀ ਉੱਥੇ ਵੀ ਚਾਵਲਾਂ ਲਾਹੌਰ ਵੀ ਚਵਲ ਤੇ ਪਸ਼ੌਰ ਵੀ ਚਵਲ ਐਡੀ ਮੁਸੀਬਤ ਚ ਵੀ ਉਹ ਚਵਲ ਜਿੱਥੇ ਆਪਦੀ ਜਾਨ ਦੀ ਪਈ ਹੈ ਤੇ ਉੱਥੇ ਉਹ ਮਤਲਬ ਨਾਲ ਕਿੱਥੇ ਦਾ ਉਹ ਤੁਹਾਡੇ ਨਾਲ ਆਪਦੀ ਪ੍ਰੋਬਲਮ ਸਾਂਝੀ ਕਰ ਸਕਦਾ ਸੀ ਵੀ ਭਾਈ ਮੇਰਾ ਕੋਈ ਉੱਥੇ ਹੱਲ ਹੋ ਜੇ ਜਾਂ ਹਾਂ ਨਹੀਂ ਅਸੀਂ ਫਿਰ ਉਹਨੂੰ ਕਿਹਾ ਸੀ ਕਿ ਤੂੰ ਸਾਡੇ ਨਾਲ ਕਰ ਗੱਲ, ਅਸੀਂ ਇਹਨੂੰ ਏਜੰਟ ਨੂੰ ਕਹਿੰਦੇ ਵੀ ਉੱਥੇ ਜਾ ਕੇ ਵੀ ਤੇਰੀ ਪੇਮੈਂਟ ਹੋ ਜੂਗੀ, ਤੇਰੇ ਘਰੇ ਹੋ ਜੂਗੀ, ਤੇ ਤੂੰ ਅਸੀਂ ਫਿਰ ਬਾਅਦ ਚ ਉਹ ਇਹੋ ਜਿਹਾ ਗਊ ਬਣਿਆ ਫਿਰ ਉਹ ਨਾ ਕੁਛ ਕਿਆ ਕਰੇ। ਅਸੀਂ ਤਿੰਨ ਦਿਨ ਰਹੇ ਉੱਥੇ, 3 ਦਿਨਾਂ ਦੇ ਵਿੱਚ ਉਹ ਬਿਲਕੁਲ ਸ਼ਾਂਤ। ਠੀਕ ਹੈ। ਅਸੀਂ ਆਖਿਆ ਲੈ ਵੀ ਆ ਤਾਂ ਬੰਦਾ ਬਣ ਗਿਆ, ਸ਼ੁਕਰ ਹੈ ਚੱਲ ਕਿਸੇ ਨੂੰ ਤਾਂ ਸਾਨੂੰ ਆਪਦੇ ਆਪ 'ਚ ਉਦੋਂ ਫਿਰ ਇਹੀ ਲੱਗੀ ਜਾਵੇ ਵੀ ਯਾਰ ਆਪਾਂ ਗਲਤ ਕੁੱਟ ਲਿਆ। ਬੰਦਾ ਤਾਂ ਇਹ ਵੀ ਗਰੀਬ ਹੀ ਸੀਗਾ ਆਪਾਂ, ਕਿਉਂਕਿ ਜਿਹੜੀਆਂ ਇਹ ਸਰਦਾਰੀਆਂ ਰਹਿ ਗਈਆਂ ਨਾ ਇਹ ਜਹਾਜ਼ ਤੋਂ ਪਿੱਛੇ ਰਹਿ ਗਈਆਂ। ਇਹ ਤਾਂ ਐਵੇਂ ਜੇ ਕੋਈ ਬੰਦਾ ਇੱਥੋਂ ਚੜ੍ਹਨ ਲੱਗਿਆ ਕਹੇ ਮੇਰੇ ਬਾਪੂ ਨੇ, ਜਿਵੇਂ ਹੁਣ ਮੰਨ ਲਓ ਕੋਈ ਵੀ ਸਟੱਡੀ ਬੇਸ ਤੇ ਜਾਂਦਾ ਹੈ ਬਾਈ, ਉੱਥੇ ਕਿਸੇ ਨੇ ਨਹੀਂ ਕਿਸੇ ਤੋਂ ਲੈਣਾ। ਸਾਡੇ ਨਾਲ ਇਹੋ ਜਿਹੇ ਬੰਦੇ ਹੁੰਦੇ ਰਹੇ ਆ, ਉੱਥੇ ਜਾ ਕੇ ਉਹਨਾਂ ਨੇ ਕਹਿਣਾ ਜੀ ਅਸੀਂ ਤਾਂ ਕਲੈਕਸ਼ਨ ਕਰਦੇ ਸੀ ਨਵੇਂ ਨੇ, ਜਦੋਂ ਕਹਿਣਾ ਕਿਸੇ ਨੇ ਜਾਂ ਗੁਰਦੁਆਰੇ ਬਾਬੇ ਕੋਲੇ, ਬਾਬੇ ਨੇ ਕਹਿਣਾ ਬਰਾੜ ਇਹਨੂੰ ਕੰਮ ਤੇ ਰਖਾ ਦਈਏ ਯਾਰ। ਅਸੀਂ ਕਹਿਣਾ ਭਾਜੀ ਯਾਰ ਕੰਮ ਤੇ, ਉਹਨੇ ਕਹਿਣਾ ਯਾਰ ਦੂਜਾ ਬਾਈ ਕੰਮ ਤੇ ਲਵਾ ਦਿਓ। ਅਸੀਂ ਕਹਿਣਾ ਭਾਜੀ ਇਹ ਤਾਂ ਬਾਬਾ ਕਲੈਕਸ਼ਨ ਕਰਦਾ ਰਿਹਾ ਬੱਸਾਂ ਤੇ। ਉਹ ਜਦੋਂ 3-4 ਮਹੀਨੇ ਟੱਪਣੇ ਫਿਰ ਉਹਨੇ ਕਹਿਣਾ ਯਾਰ ਬਾਈ ਕਲੈਕਸ਼ਨ ਤਾਂ ਕਿਹੜੀ, ਮੈਂ ਤਾਂ ਪੈਸੇ ਇਕੱਠੇ ਕਰਕੇ ਮਾਲਕਾਂ ਨੂੰ ਦਿੰਦਾ ਸੀ। ਕਹਿੰਦਾ ਬਾਪੂ ਨੂੰ ਵਿਆਜ ਪਈ ਜਾਂਦਾ। ਫਿਰ ਅਸੀਂ ਬਾਬੇ ਦੇ ਸਾਹਮਣੇ ਲਿਆਉਣਾ, ਅਸੀਂ ਕਹਿਣਾ ਬਾਬਾ ਸੁਣ ਲੈ ਦੀ ਕਲੈਕਸ਼ਨ। ਬਾਬੇ ਨੇ ਕਹਿਣਾ ਸਾਲੇ ਗੁਰਦੁਆਰੇ ਬਹਿ ਕੇ ਝੂਠ ਬੋਲੀ ਕਈ ਕਰੀ ਜਾਂਦੇ ਇਹੋ ਜਿਹੇ ਵੀ ਬਹੁਤ ਹੁੰਦੇ ਸੀਗੇ। ਖਾਣ ਪੀਣ ਤਾਂ ਬਹੁਤ ਸੋਹਣਾ ਬਣਾਉਣ ਸਿੱਖੇ ਹੋਣਗੇ 8 ਸਾਲ ਦੇ ਵਿੱਚ। ਹਾਂ ਬਾਈ ਜੀ ਇਟਾਲੀਅਨ ਰੈਸਟੋਰੈਂਟ ਸੀ ਉਹ ਬਾਈ ਦੱਸਣਗੇ। ਕਹਿੰਦੇ ਉਹਦਾ ਕਹਿੰਦੇ ਪਤਾ ਨਹੀਂ, ਕਹਿੰਦੇ ਜਾਦੂ ਹੀ ਹੈ। ਉਹਦਾ ਫਾਇਦਾ ਅਸੀਂ ਲਿਆ ਬਾਈ ਦਾ। ਅਸੀਂ ਲਿਆ ਦਿੱਲੀ ਕਿਸਾਨ ਅੰਦੋਲਨ ਵੇਲੇ। ਹਾਂ ਜਿਹੜੇ ਆਪਾਂ ਮੋਟੀ ਗੱਲ ਲਾ ਲਈਏ, ਆਪਣੇ ਗੰਢਾ ਛਿੱਲਣਾ ਬਹੁਤ ਔਖਾ ਹੈ ਨਾ। ਜਿਹੜੇ 5 ਜਾਣੇ ਗੱਟਾ ਗੰਢਿਆਂ ਦਾ ਨਹੀਂ ਸੀ ਨਾ ਛਿੱਲ ਸਕਦੇ, ਬਾਈ ਕੱਲਾ ਛਿੱਲ ਦਿੰਦਾ ਹੁੰਦਾ ਸੀ। ਅੱਛਾ ਇੰਨਾ ਫਾਸਟ ਬਾਈ ਜੀ 35 ਕਿਲੋ ਦਾ ਗੱਟਾ ਹੁੰਦਾ ਸੀ ਗੰਢਿਆਂ ਦਾ। ਚਲੋ ਉੱਥੇ ਥੋੜਾ ਜਿਹਾ ਕਾਰਨ ਇੱਕ ਹੋਰ ਵੀ ਬਣਦਾ ਸੀ, ਇਹ ਨਹੀਂ ਸੀਗਾ ਵੀ ਕਈ ਵਾਰੀ ਕੋਈ ਕਵੇ ਵੀ ਯਾਰ ਇਹ ਬੰਦਾ ਜਮਾਂ ਹੀ ਲੰਡੇ ਛੱਡੀ ਜਾਂਦਾ। ਉੱਥੇ ਗੰਢਾ ਵੱਡਾ ਹੁੰਦਾ ਸਪੇਨ ਦਾ, ਐਡਾ ਗੰਢਾ ਹੁੰਦਾ ਸੀ, ਸੌਖਾ ਚੱਲਣਾ। 35 ਕਿਲੋ ਦਾ ਹੁੰਦਾ ਸੀ। ਛਿੱਲ ਕੇ ਯਾਨੀ ਕਿ 15 ਮਿੰਟ ਨਹੀਂ ਸੀ ਲੱਗਦੇ ਹੁੰਦੇ, 15 ਤੋਂ ਜ਼ਿਆਦਾ ਕਹਤੇ 13 ਮਿੰਟਾਂ ਦੇ ਵਿੱਚ, ਯਾਨੀ ਕਿ ਉੱਥੇ ਟਾਈਮ ਪੀਸ ਹਰੇਕ ਬੰਦੇ ਦੇ ਆਪਦੇ ਮੂਹਰੇ ਲੱਗਿਆ ਕੰਮ ਤੇ, ਕਿਉਂਕਿ ਉੱਥੇ ਕਈ ਸਾਡੇ ਆਰਡਰ ਆਉਂਦੇ ਹੁੰਦੇ ਸੀ ਟਾਈਮ ਤੇ ਵੀ ਇਹ 4:45 ਵਜੇ ਗਾਹਕ ਬਾਹਰ ਆਊਗਾ ਖਾਣ, ਜਾਂ ਉਹਦੇ ਘਰੇ ਪਹੁੰਚਾਉਣਾ 4:45 ਵਜੇ। ਤੇ ਜੇ ਘਰੇ ਪਹੁੰਚਾਉਣਾ ਤਾਂ 20 ਮਿੰਟ ਪਹਿਲਾਂ ਤਿਆਰ ਕਰ ਦਿੰਦੇ, ਜੇ ਇੱਥੇ ਆਊਗਾ ਤਾਂ 2 ਮਿੰਟ ਪਹਿਲਾਂ ਤਿਆਰ ਕਰਨਾ ਹੈ। ਤੇ ਟਾਈਮ ਵੇਖ ਕੇ ਛਿੱਲ ਕੇ ਤੇ ਉੱਥੇ ਚੜਾ ਪਤੀਲੇ ਦੇ ਵਿੱਚ ਪਾ ਦਿੱਤੇ ਸੀ। ਠੀਕ ਹੈ। ਤੇ ਬਾਕੀ ਬਹੁਤ ਧੰਨਵਾਦ ਬਾਈ ਜੀ ਹੋਰਾਂ ਨੇ ਤੁਹਾਡੇ ਨਾਲ ਮਿਲਾਇਆ ਸਾਨੂੰ। ਨਹੀਂ ਤੁਹਾਡੀ ਸਟੋਰੀ ਜਿੰਨੇ ਵੀ ਦੇਖ ਰਹੇ ਆ ਸੁਣਨ ਵਾਲੀ ਸੀ। ਹਾਂ ਬਾਕੀ ਬਹੁਤ ਲੋਕ ਸਿੱਖਣਗੇ ਵੀ ਬਾਕੀ ਡਿਸੀਜਨ ਉਹਨਾਂ ਦਾ ਹੈਗਾ, ਜੇ ਕਰਨਾ ਤਾਂ ਕੁਝ ਮਿਹਨਤ ਕਰਕੇ ਕੀਤਾ ਜਾਵੇ। ਬਿਲਕੁਲ। ਤੇ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਥੈਂਕ ਯੂ ਜੀ। ਠੀਕ ਹੈ, ਸਤਿ ਸ੍ਰੀ ਅਕਾਲ ਜੀ।